You are welcome to online service of Revival Punjabi Church. Be blessed. ਪਰਮੇਸ਼ਰ ਪਿਤਾ ਤੁਹਾਡਾ ਧੰਨਵਾਦ ਕਰਦੇ ਹੈਗੇ ਆ ਅੱਜ ਦੇ ਸਮੇਂ ਦੇ ਵਾਸਤੇ। Lord Father, we want to thank you today for this time that you have given us. ਇੱਕ ਵਾਰ ਫਿਰ ਪਰਮੇਸ਼ਰ ਪਿਤਾ ਸਾਰੀ ਮਹਿਮਾ ਸਾਰਾ ਜਲਾਲ ਸਾਰੀ ਇੱਜ਼ਤ ਸਾਰਾ ਮਾਣ ਤੁਹਾਨੂੰ ਦੇਣੇ ਹੈਗੇ ਆ। Once again, Lord, we give you all the glory, all the praise, all the respect. ਪ੍ਰਭੂ ਜੀ ਅੱਜ ਤੁਹਾਡੇ ਹਜ਼ੂਰੀ ਦੇ ਵਿੱਚ ਆਨੇ ਹੈਗੇ ਆ ਇੱਕ ਭੈਣ ਭਰਾ ਨੂੰ ਲੈ ਕੇ। Lord, we come to your presence today and we bring every brother and sister to you. ਅੱਜ ਦਾ ਵਚਨ ਪਰਮੇਸ਼ਰ ਪਿਤਾ ਸਾਡੇ ਦਿਲਾਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਘਰ ਕਰ ਜਾਵੇ। Today's word, Lord, we pray that make homes in our hearts. ਯਿਸੂ ਮਸੀਹ ਦੇ ਪਵਿੱਤਰ ਤੇ ਸ਼ਕਤੀਸ਼ਾਲੀ ਨਾਮ ਦੇ ਵਿੱਚ ਸ਼ੈਤਾਨ ਦੀਆਂ ਸਾਰੀਆਂ ਕਰਤੂਤਾਂ ਸ਼ੈਤਾਨ ਦੀਆਂ ਸਾਰੀਆਂ ਪਲਾਨਾਂ ਰੱਦ ਸੱਦ ਕਰਦੇ ਆਂ ਡਿਸਟਰੋਏ ਕਰਦੇ ਆਂ ਯਿਸੂ ਨਾਮ ਦੇ ਵਿੱਚ। In the mighty name of Jesus, we cancel every plans and strategies of devil that he's planning against us in the name of Jesus. ਪ੍ਰਭੂ ਜੀ तमाम ਗਲਤੀਆਂ ਪਾਪ ਗੁਨਾਹ ਮਾਫ ਕਰੋ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਫ਼ ਕਰੋ। And Lord, please forgive our sins, our mistakes, and cleanse us with your powerful blood and cleanse us and clean us. ਪਵਿੱਤਰ ਆਤਮਾ ਦੀ ਹਜ਼ੂਰੀ ਮੰਗ ਲੈਂਦੇ ਹਾਂ And we ask for the presence of the Holy Spirit ਯਿਸੂ ਨਾਮ ਦੇ ਵਿੱਚ। in the name of Jesus. ਆਮੀਨ। Amen, amen, amen. ਜੈ ਮਸੀਹ ਦੀ ਭੈਣਾਂ ਤੇ ਭਰਾਵੋ ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। God bless you, all the brothers and sisters. ਅੱਜ ਦਾ ਵਚਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। And I'm about to share today's word with you. ਇੱਕ ਗੱਲ ਆ ਇੱਕ ਚੀਜ਼ ਆ ਜਿਹੜੀ ਅਕਸਰ ਆਪਾਂ ਭੁੱਲ ਜਾਂਦੇ ਆ। There's one thing that we forget very often. ਭੁੱਲ ਨਹੀਂ ਜਾਂਦੇ ਸਾਨੂੰ ਭੁਲਾ ਦਿੱਤੀ ਜਾਂਦੀ ਹੈ। We don't forget, I would say, but we are forced to forget. ਤੇ ਕੌਣ ਭੁਲਾਉਂਦਾ ਆ? And who does that? Who forces us to forget it? ਸ਼ੈਤਾਨ। It's the devil. ਅਕਸਰ ਆਪਾਂ ਭੁੱਲ ਜਾਂਦੇ ਆ ਜਾਂ ਭੁਲਾ ਦਿੱਤੀ ਜਾਂਦੀ ਆ ਕਿ ਸ਼ੈਤਾਨ ਦੇ ਹਮਲੇ ਲਗਾਤਾਰ ਜਿਹੜੇ ਸਾਡੇ ਖਿਲਾਫ ਆਉਂਦੇ ਨੇ ਅਥਾਰਟੀ ਨੂੰ ਲੈ ਕੇ ਹੱਕ ਨੂੰ ਲੈ ਕੇ ਉਹਨਾਂ ਨੂੰ ਡਿਸਟਰੋਏ ਕਰਨਾ ਕਿੰਨਾ ਜ਼ਰੂਰੀ ਹੈ। And it's so important that we take the authority and we cancel those strategies of the devil. ਇੰਝ ਲੱਗਦਾ ਵੀ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਨੇ ਜਿਹੜੀਆਂ ਪ੍ਰੋਬਲਮ ਹੈਗੀਆਂ ਨੇ ਉਹ ਤਾਂ ਇਸ ਜ਼ਿੰਦਗੀ ਦਾ ਰਿਵਾਜ ਹੀ ਨੇ ਇਹ ਨੋਰਮਲ ਹੀ ਆ ਇਹ ਕੰਮ ਇਹ ਤਾਂ ਚੱਲਦਾ ਰਹੂਗਾ ਲੇਕਿਨ ਆ ਨਹੀਂ ਕਈ ਵਾਰ ਪਤਾ ਲੱਗਦਾ ਕਿ ਉਹਦੇ ਪਿੱਛੇ ਸ਼ੈਤਾਨ ਦਾ ਸ਼ੈਤਾਨੀ ਹੱਥ ਆ। And sometimes we get so used to these troubles and these problems and we say, well, this is just a part of life. Yes, every day we are going through this. But sometimes we don't realize that there's a strategy, there's a plan of devil behind it. ਬਹੁਤ ਹੀ ਜ਼ਰੂਰੀ ਆ ਸ਼ੈਤਾਨੀ ਹਮਲਿਆਂ ਨੂੰ ਡਿਸਰਨ ਕਰਨਾ ਤੇ ਸ਼ੈਤਾਨੀ ਹਮਲਿਆਂ ਨੂੰ ਅਥਾਰਟੀ ਦੇ ਨਾਲ ਤੋੜਨਾ ਲਗਾਤਾਰ। And it's so important to discern those devil's plans and cancel them and break them continuously in Jesus' name. ਬੇਬੇ ਈਵ ਨੂੰ ਜਦੋਂ ਸ਼ੈਤਾਨ ਦਾ ਹਮਲਾ ਆਇਆ ਸੀ When Eve got this attack from the devil, ਆਪਣੇ ਪੰਜਾਬੀ ਚ ਬਾਬਾ ਆਦਮ ਕਹਿੰਦੇ ਨੇ ਮੈਂ ਕਿਹਾ ਜੇ ਬਾਬਾ ਆਦਮ ਕਹਿੰਦੇ ਨੇ ਤਾਂ ਉਹ ਬੇਬੇ ਦੂਸਰੀ ਬੇਬੇ ਈਵ ਹੋ ਗਈ। and in Punjabi we usually say almost like a grandfather Adam, so then the Eve, I guess it is grandmother, so yeah, that's why I said it. ਸੋ ਹਵਾ ਨੂੰ ਜਦੋਂ ਈਵ ਨੂੰ ਸ਼ੈਤਾਨ ਦਾ ਹਮਲਾ ਹੋਇਆ ਸੀ ਉਹਨੂੰ ਪਤਾ ਨਹੀਂ ਚੱਲਿਆ ਵੀ ਇਹ ਸ਼ੈਤਾਨ ਹਮਲਾ ਕਰ ਰਿਹਾ ਹੈ। And when a devil with his strategy came against Eve, she didn't realize that was the devil's plan. ਸਾਰਾ ਕੁਝ ਡਿਸਟਰੋਏ ਕਰਕੇ ਰੱਖ ਦਿੱਤਾ ਸ਼ੈਤਾਨ ਨੇ। ਜੇ ਹਵਾ ਨੇ ਈਵ ਨੇ ਡਿਸਰਨ ਕੀਤਾ ਹੁੰਦਾ ਵੀ ਸ਼ੈਤਾਨੀ ਆਵਾਜ਼ ਆ ਤੇ ਉਹਨੂੰ ਡਿਸਟਰੋਏ ਕੀਤਾ ਹੁੰਦਾ ਤੇ ਅੱਜ ਆਪਾਂ ਇੱਥੇ ਨਹੀਂ ਹੁੰਦੇ ਪ੍ਰਭੂ ਦੇ ਭੈਣੋ।
And devil destroyed everything, the whole thing. He destroyed it. Only if Eve could have discerned at that time that yes, this is devil's voice, then maybe you and me wouldn't be here today where we are. ਅਯੂਬ ਦੀ ਜ਼ਿੰਦਗੀ ਦੇ ਵਿੱਚ ਪ੍ਰਤਿਆਵੇ ਆਣੇ ਸ਼ੁਰੂ ਹੋ ਗਏ। ਤੁਹਾਨੂੰ ਪਤਾ ਕਿ ਉਹਦੇ ਪਰਿਵਾਰ ਵਾਲੇ ਸਦੱਸਿਆ ਮਾਰੇ ਗਏ, ਉਹਦੇ ਅੱਗ ਲੱਗ ਗਈ ਘਰਾਂ ਨੂੰ, ਉਹਦਾ ਜਿੰਨਾ ਕੁਛ ਸੀਗਾ ਸਾਰਾ ਖਤਮ ਹੋ ਗਿਆ, ਡਿਸਟਰੋਏ ਹੋ ਗਿਆ। ਉਹਦੇ ਸਰੀਰ ਤੇ ਕਿੰਨੇ ਹਮਲੇ ਹੋਏ, ਮੈਨੂੰ ਯਾਦ ਨਹੀਂ ਗਾ ਵੀ ਕਿੰਨੀ ਵਾਰ ਅਯੂਬ ਨੇ ਸ਼ੈਤਾਨ ਨੂੰ ਤੋੜਿਆ ਹੋਵੇ ਜਾਂ ਸ਼ੈਤਾਨ ਨੂੰ ਰਿਬਿਊਕ ਕੀਤਾ ਹੋਵੇ ਜਾਂ ਅਥਾਰਟੀ ਨੂੰ ਲੈ ਕੇ, ਅਧਿਕਾਰ ਨੂੰ ਲੈ ਕੇ ਉਹਦੇ ਖਿਲਾਫ ਖੜਾ ਹੋਇਆ ਹੋਵੇ। And Job had so much going on against in his life. The family died, the things got burnt, got destroyed, even his body got so much factor of all this, whatever's going on. But I don't remember how many times actually Job stood up and he discerned that it's devil's voice and he destroyed it and cancelled it. ਮੈਂ ਤੁਹਾਨੂੰ ਸੱਚ ਦੱਸਾਂ, ਮੈਨੂੰ ਤਾਂ ਇੱਕ ਵਾਰ ਵੀ ਨਹੀਂ ਪਤਾ ਵੀ ਅਯੂਬ ਨੇ ਅਥਾਰਟੀ ਲੈ ਕੇ, ਅਧਿਕਾਰ ਲੈ ਕੇ ਸ਼ੈਤਾਨ ਦੇ ਖਿਲਾਫ ਪ੍ਰੇਅਰ ਕੀਤੀ ਹੋਵੇ ਜਾਂ ਉਹਨੂੰ ਡਿਸਟਰੋਏ ਕੀਤਾ ਹੋਵੇ। And I tell you, in actual fact, I don't remember not even once if actually Job stood up and he took the authority and he cancelled it, all the devil's plans against his life. ਪ੍ਰਭੂ ਯਿਸੂ ਮਸੀਹ ਜੀ ਦੇ ਖਿਲਾਫ ਵੀ ਸ਼ੈਤਾਨ ਵੱਧ ਚੜ ਕੇ ਹਮਲਾ ਕਰਨ ਵਾਸਤੇ ਆਇਆ। And even against Lord Jesus, devil came and started to try to do things or strategies, try to work his strategies against Lord Jesus. ਪ੍ਰਭੂ ਯਿਸੂ ਮਸੀਹ ਨੇ ਐਂ ਡਿਸਰਨ ਕਰ ਲਿਆ ਤੇ ਐਂ ਰਿਬਿਊ ਕਰ ਦਿੱਤਾ ਉਹਨੂੰ। And Lord Jesus right away he discerned it and rebuked it right away. ਪਤਰਸ ਦੀ ਜ਼ਿੰਦਗੀ ਦੇ ਵਿੱਚ ਵੀ ਸ਼ੈਤਾਨ ਆਇਆ। And devil even came in Peter's life. ਆਓ ਦੇਖੀਏ ਪਤਰਸ ਦੀ ਜ਼ਿੰਦਗੀ ਦੇ ਵਿੱਚ ਜਦੋਂ ਸ਼ੈਤਾਨ ਆਇਆ ਤਾਂ ਕੀ ਗੱਲਬਾਤ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਆ। ਸੰਤ ਲੂਕਾ ਦਾ 22ਵਾਂ ਚੈਪਟਰ ਦੇਖਾਂਗੇ। And we're going to see Luke 22, and we're going to see when devil came and what he did in Peter's life. We're going to read that. ਸੰਤ ਲੂਕਾਸ ਉਹਦਾ 22ਵਾਂ ਚੈਪਟਰ ਤੇ 31ਵਾਂ ਤੇ 32ਵਾਂ ਵਰਸ ਦੇਖੀਏ। We're going to read Luke 22, 31 and 32. ਜੀ ਹਾਂ। ਹਾਂਜੀ। ਸਮੂਨ ਸਮੂਨ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਪਰਖਣ ਲਈ ਆਗਿਆ ਪ੍ਰਾਪਤ ਕੀਤੀ ਹੈ। ਉਹ ਤੁਹਾਨੂੰ ਕਣਕ ਦੀ ਤਰ੍ਹਾਂ ਛੱਟੇਗਾ, ਪਰ ਮੈਂ ਤੇਰੇ ਵਾਸਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਤੇਰਾ ਵਿਸ਼ਵਾਸ ਨਾ ਡਗਮਗਾਏ। ਜਦੋਂ ਤੂੰ ਫਿਰ ਮੇਰੇ ਵੱਲ ਮੁੜੇ, ਆਪਣੇ ਭਰਾਵਾਂ ਨੂੰ ਸਹਾਰਾ ਦੇਈਂ। ਕਿੰਨਾ ਜ਼ਰੂਰੀ ਆ ਪ੍ਰਾਰਥਨਾ ਕਰਨੀ ਕਿ ਆਪਾਂ ਸ਼ੈਤਾਨ ਦੇ ਬੁਣੇ ਹੋਏ ਜਾਲਾਂ ਦੇ ਵਿੱਚ ਫਸ ਨਾ ਸਕੀਏ। How important it is that we have to continuously pray that we don't fall into devil's plans. ਤੇ ਜਦੋਂ ਡਿਸਰਨ ਕੀਤਾ ਜਾਵੇ ਕਿ ਸ਼ੈਤਾਨੀ ਹਮਲਾ ਆ, ਉਸੇ ਸਮੇਂ ਉਹਨੂੰ ਬਾਈਂਡ ਕੀਤਾ ਜਾਵੇ, ਰਿਬਿਊਕ ਕੀਤਾ ਜਾਵੇ ਪ੍ਰਭੂ ਯਿਸੂ ਮਸੀਹ ਜੀ ਦੇ ਤਾਕਤਵਰ ਨਾਮ ਦੇ ਵਿੱਚ। And whenever we find out, we discern that this is devil's plan and his strategy working against us, right away we need to bind it, we need to cancel it in the powerful name of Lord Jesus Christ. ਦੋ ਤਰੀਕਿਆਂ ਦੇ ਨਾਲ ਸ਼ੈਤਾਨ ਹਮਲਾ ਕਰਦਾ ਹੈ। And there are two different ways how devil does things against you, how he attacks against you. ਪਹਿਲੇ ਨੰਬਰ ਤੇ ਕਹਿ ਸਕਦੇ ਹਾਂ ਕਿ ਫਿਜ਼ੀਕਲੀ ਹਮਲਾ ਕਰਦਾ ਹੈ। And first, ਫਿਜ਼ੀਕਲ ਚੀਜ਼ਾਂ ਤੇ ਹਮਲਾ ਕਰਦਾ ਹੈ। physically he attack against us. ਅਯੂਬ ਦੇ ਸਰੀਰ ਤੇ ਹਮਲਾ ਕੀਤਾ ਸੀ ਉਹਨੇ। And how he attacked Job's body. ਉਹਦੇ ਪਰਿਵਾਰ ਤੇ ਹਮਲਾ ਕੀਤਾ ਸੀਗਾ ਉਹਨੇ। And he attacked his family. ਉਹਦੇ ਜਾਨਵਰਾਂ ਤੇ ਹਮਲਾ ਕੀਤਾ ਸੀਗਾ, ਉਹਦੇ ਕੰਮਾਂ ਤੇ ਹਮਲਾ ਕੀਤਾ ਸੀਗਾ, ਫਿਜ਼ੀਕਲ ਚੀਜ਼ਾਂ ਤੇ। His livestock, his work, all those things he attacked against it. ਦੂਸਰੇ ਨੰਬਰ ਤੇ ਉਹ ਮੈਂਟਲ ਤੌਰ ਤੇ ਹਮਲਾ ਕਰਦਾ ਹੈ, ਯਾਨੀ ਕਿ ਇਨਸਾਨ ਦੇ ਦਿਮਾਗ ਤੇ ਹਮਲਾ ਕਰਦਾ ਹੈ। And the second thing, the devil attacks on the person's mind, on his thoughts. ਹਵਾ ਨੂੰ ਬੇਬੇ ਹਵਾ ਨੂੰ ਯਾਨੀ ਕਿ ਬੇਬੇ ਈਵ ਨੂੰ ਆਖਿਆ ਸੀਗਾ ਸ਼ੈਤਾਨ ਨੇ ਵੀ ਜੇ ਪਰਮੇਸ਼ਰ ਯਾਨੀ ਕਿ ਉਹਦੇ ਸੋਚਾਂ ਤੇ ਹਮਲਾ ਹੋਇਆ ਸੀਗਾ। And devil attacked Eve's thought, her thinking. He started to talk to her and he attacked through those talking. ਪ੍ਰਭੂ ਯਿਸੂ ਮਸੀਹ ਜੀ ਨੂੰ ਵੀ ਜਦੋਂ ਆਇਆ ਸੀ ਸ਼ੈਤਾਨ ਹਮਲਾ ਕਰਨ ਵਾਸਤੇ, ਉਹਨੂੰ ਪ੍ਰਭੂ ਯਿਸੂ ਮਸੀਹ ਜੀ ਨੂੰ ਕਹਿੰਦਾ ਸੀਗਾ ਸ਼ੈਤਾਨ
ਕਿ ਇਸ ਪੱਥਰ ਨੂੰ ਹੁਕਮ ਦੇ ਕਿ ਰੋਟੀ ਬਣ ਜਾਵੇ। And when devil came to Lord Jesus, he was doing the same thing. He was talking and trying to distract him with us. He said, tell this rock to become bread. ਪਤਰਸ ਤੇ ਜਦੋਂ ਹਮਲਾ ਹੋਇਆ ਉਸ ਸਮੇਂ ਵੀ ਪਤਰਸ ਦਾ ਜਿਹੜਾ ਹਮਲਾ ਸੋਚਾਂ ਤੇ ਹੋਇਆ ਸੀ। And Peter as well, he was attacked through his thoughts. ਸੋ ਪ੍ਰਭੂ ਤੇ ਬਣੋ, ਇਹ ਜਿਹੜੀਆਂ ਐਗਜ਼ਾਮਪਲਾਂ ਮੈਂ ਕੁਝ ਦੇਖੀਆਂ ਨੇ, ਇਹਨਾਂ ਐਗਜ਼ਾਮਪਲਾਂ ਤੋਂ ਆਪਾਂ ਨੂੰ ਲਰਨ ਕਰਨ ਵਾਸਤੇ ਮਿਲਦਾ ਹੈ ਅੱਜ। And these examples that we just saw, we learned something through these examples. ਪਹਿਲੀ ਚੀਜ਼ ਤਾਂ ਆਪਾਂ ਨੂੰ ਪਹਿਲੇ ਨੰਬਰ ਤੇ ਆਹ ਦੇਖਣ ਨੂੰ ਮਿਲਦੀ ਆ ਕਿ ਜਦੋਂ ਵੀ ਸ਼ੈਤਾਨ ਦਾ ਹਮਲਾ ਹੋਇਆ, ਭਾਵੇਂ ਈਵ ਦੇ ਉੱਤੇ ਹੋਇਆ ਹੋਵੇ, ਅਯੂਬ ਦੇ ਉੱਤੇ ਹੋਇਆ ਹੋਵੇ, ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਹੋਇਆ, ਪਤਰਸ ਦੇ ਉੱਤੇ ਹੋਇਆ ਹੋਵੇ, ਜਦੋਂ ਵੀ ਹਮਲਾ ਹੋਇਆ ਸ਼ੈਤਾਨ ਦਾ, ਉਹਨਾਂ ਦੀ ਕੁਝ ਸ਼ੁਰੂਆਤ ਵਿੱਚ ਹਮਲਾ ਹੋਇਆ ਸੀ। ਉਹ ਕੁਝ ਸ਼ੁਰੂ ਕਰਨ ਜਾ ਰਹੇ ਸੀ, ਕੁਝ ਨਿਊ ਬਿਗਨਿੰਗ ਹੋ ਰਹੀ ਸੀ, ਕੁਝ ਸਟਾਰਟ ਕਰਨ ਜਾ ਰਹੇ ਸੀ, ਹਮਲਾ ਹੋਇਆ। And whenever we see the devil's attacks that happen against Eve or Job or even Lord Jesus or Peter, they were about to start something new. That's when devil came and attacked. ਆਦਮ ਤੇ ਹਵਾ ਦੀ ਜ਼ਿੰਦਗੀ ਸ਼ੁਰੂ ਹੋਣ ਜਾ ਰਹੀ ਸੀਗੀ, ਇਹ ਦੁਨੀਆ ਸ਼ੁਰੂ ਹੋਣ ਜਾ ਰਹੀ ਸੀ। ਸ਼ੁਰੂਆਤ ਦੇ ਵਿੱਚ ਹੀ ਆ ਕੇ ਸ਼ੈਤਾਨ ਨੇ ਹਮਲਾ ਕੀਤਾ ਠਾ ਕੇ। And Adam and Eve's life was just starting. This whole world was just starting, and right there, devil came and attacked them. ਪ੍ਰਭੂ ਯਿਸੂ ਮਸੀਹ ਜੀ ਆਪਣੀ ਸੇਵਾ, ਆਪਣੀ ਮਿਨਿਸਟਰੀ ਸ਼ੁਰੂ ਕਰਨ ਜਾ ਰਹੇ ਸੀਗੇ। ਜਦੋਂ ਤੁਹਾਨੂੰ ਯਾਦ ਹੋਏਗਾ 40 ਦਿਨ ਦਾ ਵਰਤ ਰੱਖਿਆ ਸੀਗਾ ਪ੍ਰਭੂ ਯਿਸੂ ਮਸੀਹ ਜੀ ਨੇ, ਤੇ ਉਸੇ ਸਮੇਂ ਮਿਨਿਸਟਰੀ ਦੇ ਸ਼ੁਰੂ ਦੇ ਵਿੱਚ ਆ ਕੇ ਹਮਲਾ ਕਰ ਰਿਹਾ ਹੈ। And Lord Jesus was about to start his ministry on this earth, and you remember probably when 40 days fasting Lord Jesus went through. At that time, devil came and tried to attack Lord Jesus. ਅਯੂਬ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਦੇਖੋ, ਉਹਨਾਂ ਦੇ ਪਹਿਲੀਆਂ ਕਿਤਾਬਾਂ ਦੇ ਵਿੱਚ ਹੀ ਸ਼ੈਤਾਨ ਨੇ ਆ ਕੇ ਹਮਲਾ ਕੀਤਾ ਸੀਗਾ। ਅਯੂਬ ਨੂੰ ਪਤਾ ਵੀ ਨਹੀਂ ਲੱਗਿਆ ਵੀ ਕੀ ਸਿਚੁਏਸ਼ਨ ਚੱਲ ਰਹੀ ਸੀ ਸ਼ੈਤਾਨ ਤੇ ਰੱਬ ਦੇ ਨਾਲ, ਕੀ ਗੁਫ਼ਤਗੂ ਚੱਲ ਰਹੀ ਸੀਗੀ, ਵੀ ਕਿਸ ਤਰ੍ਹਾਂ ਉਹਨੇ ਪਰਮਿਸ਼ਨ ਲਈ ਰੱਬ ਤੋਂ ਉਹਦੇ ਤੇ ਹਮਲਾ ਕਰਨ ਦੇ ਵਾਸਤੇ। And in the book of Job, you also see that in the beginning of that book, the devil started to plan something against it. Job had no idea all the conversation between God and devil that they were having about Job. ਪਤਰਸ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਸੀਗਾ, ਨਿਊ ਫੇਸ ਸ਼ੁਰੂ ਹੋਣ ਜਾ ਰਿਹਾ ਸੀਗਾ ਪਤਰਸ ਦੀ ਜ਼ਿੰਦਗੀ ਦੇ ਵਿੱਚ। ਉਹ ਸ਼ੈਤਾਨ ਹਮਲਾ ਕਰਦਾ ਹੈ। And Peter was about to go into a new phase of his life, and right there, devil comes and attacks. ਹੁਣ ਪ੍ਰਭੂ ਦੇ ਬਨੋ, ਖਬਰਦਾਰ ਰਹਿਣਾ ਆ ਤੇ ਅਲਰਟ ਰਹਿਣਾ ਆ, ਤਿਆਰ ਰਹਿਣਾ ਆ। ਜਦੋਂ ਵੀ ਤੁਸੀਂ ਕੁਝ ਨਵਾਂ ਸ਼ੁਰੂ ਕਰ ਰਹੇ ਹੋ ਜਾਂ ਨਵੀਂ ਚੀਜ਼ ਸ਼ੁਰੂ ਕਰ ਰਹੇ ਹੋ, ਬਿਲਕੁਲ ਖਬਰਦਾਰ ਰਹਿਣਾ ਤੇ ਅਲਰਟ ਰਹਿਣਾ ਹੈ ਤੇ ਇੱਕਦਮ ਸ਼ੈਤਾਨ ਨੂੰ ਬਣਨਾ ਹੈ, ਤੁਹਾਨੂੰ ਤੋੜਨਾ ਯਿਸੂ ਨਾਮ ਦੇ ਵਿੱਚ। And whenever you are about to especially start something new, brothers and sisters, we need to be very alert. Anything when you discern that something is happening in your life that it comes through from devil, right away we're going to bind it and destroy it in the name of Jesus. ਨਵਾਂ ਵਿਆਹ ਹੋਇਆ ਹੋਵੇ, You just got married. ਅਕਸਰ ਸੁਣਿਆ ਵੇ ਹੈ ਨਵਾਂ ਵਿਆਹ ਹੋਇਆ ਸੀਗਾ, ਮੁਸ਼ਕਿਲਾਂ ਆ ਗਈਆਂ, ਪ੍ਰੋਬਲਮਾਂ ਸ਼ੁਰੂ ਹੋ ਗਈਆਂ, ਆ ਨਹੀਂ ਪਤਾ ਵੀ ਸ਼ੈਤਾਨ ਦਾ ਹਮਲਾ ਸੀ ਹੋਇਆ। And lot of times we hear that somebody just got married and there lot of troubles and problems started in the new marriage, and we didn't think at that time that was the devil's plan at that time that was coming against that couple. ਬਜ਼ੁਰਗ ਕਹਿੰਦੇ ਨੇ, ਸਿਆਣੇ ਕਹਿੰਦੇ ਨੇ, ਬਸ ਇੱਕ ਅੱਧਾ ਸਾਲ ਲੰਘ ਜੇ ਵਿਆਹਿਆਂ ਨੂੰ ਤੇ ਫਿਰ ਸਭ ਠੀਕ ਹੋ ਜਾਊਗਾ। ਪਹਿਲੇ ਸਾਲਾਂ 'ਚ ਏਦਾਂ ਹੁੰਦਾ ਹੀ ਹੁੰਦਾ, ਨਹੀਂ ਪਤਾ ਵੀ ਸ਼ੈਤਾਨ ਪਹਿਲਾਂ ਆ ਕੇ ਹਮਲਾ ਕਰਦਾ ਹੁੰਦਾ। And our elders always usually they say, oh yeah, if just first couple years of the marriage time, it's very difficult, but we don't think that yes, the devil actually comes in the beginning and try to destroy everything right in the beginning. ਨਵਾਂ ਕੰਮ ਸ਼ੁਰੂ ਕੀਤਾ ਹੋਵੇ, ਨਾਰਮਲੀ ਜਿਹੜਾ ਨਵਾਂ ਕੰਮ ਸ਼ੁਰੂ ਕਰਦੇ ਨੇ ਕਈ ਵਾਰ ਪਹਿਲੇ ਮਹੀਨਿਆਂ ਦੇ ਵਿੱਚ ਛੱਡ ਕੇ ਭੱਜ ਜਾਂਦੇ ਨੇ ਕਿਉਂਕਿ ਹਮਲਾ ਹੋਇਆ ਹੁੰਦਾ ਆ। ਲੇਕਿਨ ਜੇ ਕੁਝ ਮਹੀਨੇ ਲੰਘ ਜਾਣ ਤੇ ਫਿਰ ਬੰਦਾ ਕਿੰਨੇ ਸਾਲ ਕੰਮ ਕਰਦਾ ਰਹਿੰਦਾ ਹੈ। And sometimes when we have a new job or new business, in the very beginning, in the few months only, sometimes people give up. They don't realize that it's devil's attacks against them. Sometimes when the few months are gone and you are all settled and you are strong, and then there can be years and years that your job and business is going on. ਯੂਨੀਵਰਸਿਟੀ ਦੇ ਵਿੱਚ ਜੁਆਇਨ ਕੀਤਾ ਹੈਗਾ, ਪਹਿਲਾ ਸਮੈਸਟਰ ਚੱਲ ਰਿਹਾ ਹੈ। ਨਾਰਮਲੀ ਪਤਾ ਨਹੀਂ ਕਿੰਨੇ ਬੱਚੇ ਪਹਿਲਾ ਸਮੈਸਟਰ ਹੀ ਛੱਡ ਕੇ ਭੱਜ ਜਾਂਦੇ ਨੇ। And when the students they join the university, and lot of children, we heard that right in the first semester they feel so much pressure and they just quit right there and they don't continue.
ਜੇ ਪਹਿਲਾ ਸਮੈਸਟਰ ਕਰ ਜਾਂਦੇ ਨੇ ਤਾਂ ਫਿਰ ਸਾਰਾ ਪੂਰਾ ਤਕਰੀਬਨ ਕਰ ਲੈਂਦੇ ਨੇ, ਅਖੀਰ ਤੱਕ ਜਾਂਦੇ ਹੈਗੇ। And when they- ਲੇਕਿਨ ਪਹਿਲੇ ਸਮੈਸਟਰ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ, ਜਿਹੜੇ ਮਸੀਹੀ ਨੇ, ਜਿਹੜੇ ਵਿਸ਼ਵਾਸੀ ਨੇ, ਯਾਦ ਰੱਖੋ ਕਿ ਕਿੰਨਾ ਇੰਪੋਰਟੈਂਟ ਹੈ ਜਦੋਂ ਤੁਸੀਂ ਕੋਈ ਨਵਾਂ ਸ਼ੁਰੂ ਕਰਦੇ ਹੋ, ਤੁਸੀਂ ਯਿਸੂ ਨਾਮ ਦੇ ਵਿੱਚ ਬਣਨਾ ਸ਼ੈਤਾਨ ਨੂੰ। And if they continue the first year or first semester, then things just go smoothly. So for the believers too, I will say, when you're starting something new in the name of Jesus, you're gonna cancel all the strategies and plans of the devil against your life. ਨਵੀਂ ਗੱਡੀ ਲਈ ਹੋਵੇ, When you buy a car, just brand new car, ਬਹੁਤ ਦਫਾ ਸੁਣਿਆ ਹੈ ਨਵੀਂ ਗੱਡੀ ਲਈ ਸੀ, ਦਿਨ ਵੀ ਨਹੀਂ ਨਿਕਲੇ, ਐਕਸੀਡੈਂਟ ਹੋ ਗਏ। and sometimes we have heard actually a lot of times that somebody bought just a new vehicle, just few days old only, and got into an accident. ਨਵਾਂ ਸੂਟ ਲਿਆ ਹੋਵੇ ਭੈਣਾਂ ਨੇ, And the new outfit, ਹਜੇ ਤਾਂ ਇੱਕ ਵਾਰੀ ਪਾਇਆ ਸੀ, ਲੈ ਪਾਰਟ ਵਿੱਚ ਗਿਆ। yeah, just wore it just for one time, and there it got destroyed. ਨਵਾਂ ਘਰ ਲਿਆ ਹੋਵੇ, A new house when somebody buys. ਸ਼ੈਤਾਨ ਦੇ ਹਮਲੇ ਆਣੇ ਸ਼ੁਰੂ ਹੋ ਜਾਂਦੇ ਨੇ। A lot of devil's attacks start happening when you just buy a new house. ਅਲਰਟ ਰਹਿਣਾ ਹੈ, ਯਿਸੂ ਨਾਮ ਦੇ ਵਿੱਚ ਸ਼ੈਤਾਨ ਦੀਆਂ ਸਾਰੀਆਂ ਕਰਤੂਤਾਂ ਨੂੰ ਬਣਾਉਣਾ ਹੈ ਤੇ ਤੋੜਨਾ ਆ, ਤਾਂ ਕਿ ਆਪਾਂ ਸ਼ਾਂਤੀ ਦੇ ਵਿੱਚ ਤੇ ਖੁਸ਼ੀ ਦੇ ਵਿੱਚ ਉਹ ਨਵੀਂ ਚੀਜ਼ ਦੀ ਇਹਨੂੰ ਇੰਜੋਏ ਕਰ ਸਕੀਏ। And we need to be very alert and very clever, so we know, we discern whenever it's a devil's plan. We need to bind it, we need to cancel it, so that we can enjoy our new thing or new life or whatever new you are going through. We gotta enjoy it in peace. ਦੂਸਰੇ ਨੰਬਰ ਤੇ Number 2, ਸ਼ੈਤਾਨ ਅਕਸਰ ਹਮਲਾ ਕਰਦਾ ਹੈ ਜਦੋਂ ਤੁਸੀਂ ਕਮਜ਼ੋਰ ਹੁੰਦੇ ਹੋ। and devil most of the time he attacks when you are feeling weak. ਪਹਿਲਾ ਪਤਰਸ ਚੈਪਟਰ 5ਵਾਂ ਉਹਦਾ 8ਵਾਂ ਤੇ 9ਵਾਂ ਵਰਸ ਦੇਖਾਂਗੇ। And we're going to read in 1 Peter chapter 5 verse 8 and 9. ਬਾਈਬਲ ਵਿੱਚ ਜਿੰਨੀਆਂ ਵੀ ਐਗਜ਼ਾਮਪਲਸ ਆਪਾਂ ਦੇਖ ਕੇ ਗਏ ਹੈਗੇ ਆ, ਜਦੋਂ ਕਮਜ਼ੋਰ ਹੁੰਦੇ ਨੇ ਉਦੋਂ ਉਹਨਾਂ ਤੇ ਹਮਲਾ ਹੁੰਦਾ ਹੈ। A lot of times we have seen the examples in the Bible that whenever we are weak or they are weak, they were weak, that's when the attack comes. ਪ੍ਰਭੂ ਯਿਸੂ ਮਸੀਹ ਜੀ ਨੇ 40 ਦਿਨ ਦਾ ਫਾਸਟਿੰਗ ਰੱਖਿਆ ਸੀਗਾ। And Lord Jesus were going through 40 days of fasting. 40 ਦਿਨ ਤੋਂ ਬਾਅਦ ਉਹ ਕਾਫੀ ਵੀਕ ਸੀਗੇ, ਕਮਜ਼ੋਰ ਸੀਗੇ ਫਿਜ਼ੀਕਲੀ। And he was physically very weak after those 40 days. ਤੇ ਆ ਕੇ ਸ਼ੈਤਾਨ ਉਦੋਂ ਹੀ ਹਮਲਾ ਕਰਦਾ ਜਦੋਂ ਵੀਕ ਹੁੰਦਾ ਹੈ ਬੰਦਾ, ਕਹਿੰਦਾ ਆ ਪੱਥਰ ਨੂੰ ਲੈ ਕੇ, ਕਹਿੰਦਾ ਆ ਇਸ ਪੱਥਰ ਨੂੰ ਹੁਕਮ ਦੇ ਕਿ ਇਹ ਪਰੌਂਠਾ ਬਣ ਜਾਏ, ਰੋਟੀ ਬਣ ਜਾਏ। And Lord Jesus was quite weak at that time, and then the devil brings that rock and he tells Lord Jesus, tell this rock to become a food. ਜਦੋਂ ਤੁਸੀਂ ਕਮਜ਼ੋਰ ਹੋ, Whenever you're weak, ਉਦੋਂ ਤਾਂ ਦੋਨੋਂ ਕੰਨ ਖੋਲ ਕੇ ਰੱਖਣੇ ਨੇ, ਰੂਹਾਨੀ ਤੌਰ ਤੇ ਅਲਰਟ ਰਹਿਣਾ ਹੈ, ਐਕਸਟਰਾ ਅਲਰਟ ਰਹਿਣਾ ਆ ਵੀ ਸ਼ੈਤਾਨ ਦਾ ਹਮਲਾ ਹੋ ਸਕਦਾ ਵੀ ਮੈਂ ਕਮਜ਼ੋਰ ਹਾਂ, ਚਾਹੇ ਫਿਜ਼ੀਕਲੀ ਕਮਜ਼ੋਰ ਹੋਵੋ ਜਾਂ ਇਮੋਸ਼ਨਲੀ ਜਾਂ ਸਪਿਰਿਚੁਅਲੀ ਕਮਜ਼ੋਰ ਹੋਵੋ, ਕਿਸੇ ਵੀ ਕਾਰਨ। and whenever you are weak, even though you are physically weak or emotionally weak or spiritually weak, for whatever reason, you have to open both your ears that you can discern whenever the devil's attack happens. ਜੇ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਕੋਈ ਵੀਕ ਨਜ਼ਰ ਆ ਰਿਹਾ ਵੀ ਲੈ ਵੀ ਨੋ ਵੀਕ ਹੋ ਗਈ ਜਾਂ ਫੁੱਫੜ ਵੀਕ ਹੋ ਗਿਆ ਜਾਂ ਚਾਚਾ ਵੀਕ ਹੋ ਗਿਆ ਜਾਂ ਕੋਈ ਬੱਚਾ ਵੀਕ ਹੋ ਗਿਆ, ਕਿਸੇ ਵੀ ਤਰੀਕੇ ਦੇ ਨਾਲ ਉਹ ਇਹ ਫਰਜ਼ ਬਣਦਾ ਸਾਰੇ ਪਰਿਵਾਰ ਦਾ ਕਿ ਉਹਦੇ ਲਈ ਲਗਾਤਾਰ ਦੁਆ ਕਰੋ ਕਿ ਪਰਮੇਸ਼ਰ ਉਹ ਅਜਮਾਇਸ਼ ਵਿੱਚ ਨਾ ਫਸ ਸਕੇ, ਸ਼ੈਤਾਨ ਦਾ ਹਮਲਾ ਉਹਦੇ ਤੇ ਨਾ ਹੋ ਸਕੇ, ਉਹਨੂੰ ਕੈਂਸਲ ਕਰੀਏ, ਉਹਨੂੰ ਬਣੀਏ ਯਿਸੂ ਨਾਮ ਦੇ ਵਿੱਚ। And whenever you see, if you see in your family, your uncle, your aunt, your mom and dad, your children, anyone is feeling weak in any way, it's the responsibility of the whole family to pray for that person so that that person does not fall in temptation in any way. ਆਓ ਦੇਖੀਏ ਪਹਿਲਾ ਪਤਰਸ ਚੈਪਟਰ 5 ਵਰਸ 8 to 9। And we're going to read 1 Peter chapter 5 verse 8 to 9. ਹਾਂਜੀ। ਸਾਵਧਾਨ ਹੋ ਕੇ ਜਾਗਦੇ ਰਹੋ, ਕਿਉਂਕਿ ਤੁਹਾਡਾ ਵੈਰੀ ਅਰਥਾਤ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਇੱਧਰ ਉੱਧਰ ਲੱਭ ਰਿਹਾ ਹੈ ਕਿ ਉਹ ਕਿਹਨੂੰ ਪਾੜ ਖਾਵੇ। ਤੁਸੀਂ ਵਿਸ਼ਵਾਸ ਵਿੱਚ ਅਟਲ ਬਣੋ ਅਤੇ ਉਸ ਦਾ ਮੁਕਾਬਲਾ ਡਟ ਕੇ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਾਥੀ ਵਿਸ਼ਵਾਸੀ ਵੀ ਸੰਸਾਰ ਭਰ ਵਿੱਚ ਇਹੋ ਜਿਹੇ ਦੁੱਖ ਹੀ ਸਹਿ ਰਹੇ ਹਨ। ਇਹਦੇ ਚ ਦੋ ਚੀਜ਼ਾਂ ਨਜ਼ਰ ਆਈਆਂ ਆਪਾਂ ਨੂੰ। We saw two things in here.
ਪਹਿਲੇ ਨੰਬਰ ਤੇ ਲਿਖਿਆ ਹੈਗਾ ਆ ਪਰਮੇਸ਼ਰ ਦੇ ਵਚਨ ਦੇ ਵਿੱਚ ਕਿ ਇਹ ਜ਼ਰੂਰੀ ਆ ਕਿ ਤੁਸੀਂ ਪੂਰੇ ਦਿਲੋਂ ਅਲਰਟ ਰਹੋ ਕਿਉਂਕਿ ਸ਼ੈਤਾਨ ਲੱਭਦਾ ਫਿਰਦਾ ਆ ਢੂੰਡਦਾ ਫਿਰਦਾ ਆ ਮੈਂ ਕਿਹਨੂੰ ਪਾੜ ਖਾਵਾਂ ਲੱਭ ਰਿਹਾ ਕੀ ਲੱਭ ਰਿਹਾ ਕੋਈ ਕਿਹੜਾ ਕਮਜ਼ੋਰ ਹੋਵੇ ਕਿਹੜਾ ਵੀਕ ਹੋਵੇ ਤਾਂ ਹੀ ਦੂਸਰੇ ਨੰਬਰ ਤੇ ਲਿਖਿਆ ਫੇਥ ਵਿੱਚ ਤਕੜੇ ਰਹੋ ਯਾਨੀ ਕਿ ਫੇਥ ਕਮਜ਼ੋਰ ਹੋਗੀ ਸ਼ੈਤਾਨ ਨਾਮ ਲਓਗੇ And we see two things here. First thing it says, be alert and of sober mind. Your enemy, the devil, prowls around like a roaring lion looking for someone to devour. The lion is waiting to see. The devil is waiting for someone who goes weak. And number two, it says, resist him. Stand firm in the faith. ਹਾਲੇਲੂਇਆ Hallelujah. ਸੋ ਪ੍ਰਭੂ ਦੇ ਬਾਰੇ ਸ਼ੈਤਾਨ ਲੱਭਦਾ ਫਿਰਦਾ ਆ ਲੇਕਿਨ ਤੁਸੀਂ ਸ਼ੈਤਾਨ ਨੂੰ ਮੌਕਾ ਨਹੀਂ ਦੇਣਾ And the devil is seeking for such people who are feeling weak, but we need to stand strong, not to give a chance to the devil. ਕਿਉਂਕਿ ਜੇ ਤੁਸੀਂ ਉਹਨੂੰ ਮੌਕਾ ਦਿਓਗੇ ਨਾ Because if you give him a chance, ਉਹਨੇ ਤੁਹਾਨੂੰ ਮੌਕਾ ਨਹੀਂ ਦੇਣਾ he will not give you a chance. ਤੀਸਰੇ ਨੰਬਰ ਤੇ ਦੇਖਾਂਗੇ In number 3, we see, ਰੋਮਨਸ ਚੈਪਟਰ 3 ਵਰਸ 23 ਵਿੱਚ ਪੜਾਂਗੇ and we're going to read Romans 3:23. ਤੀਸਰੇ ਨੰਬਰ ਤੇ ਪ੍ਰਭੂ ਦੇ ਬਾਰੇ ਜੇ ਕੋਈ ਸ਼ੈਤਾਨ ਦਾ ਹਮਲਾ ਕਿਸੇ ਉੱਤੇ ਆਂਦਾ ਆ ਉਹਦਾ ਆ ਮਤਲਬ ਨਹੀਂਗਾ ਕਿ ਤੁਸੀਂ ਮਾਰੇ ਮਸੀਹੀ ਹੋ And if, number 3 is, brothers and sisters, if somebody, yes, gets the attack of a devil on their life, that doesn't mean that you are a bad believer or a bad Christian. ਕਈ ਵਾਰ ਲੋਕ ਇਹ ਸੋਚ ਸਕਦੇ ਹੈਗੇ ਨੇ ਵੀ ਹਾਂ ਵੀ ਸ਼ੈਤਾਨ ਦਾ ਹਮਲਾ ਹੋ ਰਿਹਾ ਫਲਾਣੇ ਦੇ ਉੱਤੇ ਵੀ ਉਹ ਮਸੀਹੀ ਨਹੀਂਗਾ ਚੰਗਾ ਮਸੀਹੀ ਨਹੀਂਗਾ ਨਹੀਂ ਇਹ ਗਲਤ ਫਹਿਮੀ ਪ੍ਰਾਪਤ ਬਣੋ ਇਸ ਤਰ੍ਹਾਂ ਨਹੀਂ ਸੋਚਣਾ And a lot of times people can think, or they do think actually, when a believer is going through some tough time or devil is attacking or some temptation, at that time people can think, oh, that person is probably not a good believer. That's why. No, brothers and sisters, we are not to think like that at all. Romans chapter 3 verse 23 देखिए Let's read Romans 3:23. ਹਾਂਜੀ ਕਿਉਂਕਿ ਸਭ ਨੇ ਪਾਪ ਕੀਤਾ ਹੈ ਅਤੇ ਸਭ ਦੇ ਸਭ ਪਰਮੇਸ਼ਰ ਦੀ ਦੈਵੀ ਜੋਤ ਤੋਂ ਖਾਲੀ ਹਨ For all have ਚੰਗੇ sinned. ਹਾਂਜੀ go ahead. For all have sinned and fall short of the glory of God. ਚੰਗੇ ਮਸੀਹੀ ਹੋਈਏ ਜਾਂ ਮਾਰੇ ਮਸੀਹੀ ਹੋਈਏ ਸਭ ਨੇ ਪਾਪ ਕੀਤਾ ਹੈ ਸ਼ੈਤਾਨ ਦਾ ਹਮਲਾ ਸਭ ਤੇ ਆਏਗਾ ਪ੍ਰਭੂ ਦੇ ਪੈਰੋਂ ਤਿਆਰ ਰਹਿਣਾ ਹੈ ਤੇ ਤਕੜੇ ਹੋ ਕੇ ਰਹਿਣਾ ਹੈ ਤੇ ਉਹਦਾ ਮੁਕਾਬਲਾ ਕਰਨਾ ਹੈ Good believer, excuse me, either good believer or a bad believer, but brothers and sisters, devil attacks on everyone. It tries and tries on everyone, but brothers and sisters, we need to stand strong and always ready to fight. ਚੌਥੇ ਨੰਬਰ ਤੇ And number 4, we're gonna see, ਸ਼ੈਤਾਨ ਦੇ ਜ਼ਿਆਦੇ ਹਮਲੇ ਉਹਨਾਂ ਤੇ ਹੁੰਦੇ ਨੇ ਜਿਹੜੇ ਇਮਾਨ ਦੇ ਵਿੱਚ ਤਕੜੇ ਹੋਣ and the people who are strong in faith, in actual fact, devil tries to attack on them most of the time. ਪਰਮੇਸ਼ਰ ਦੇ ਵਚਨ ਵਿੱਚ ਕਲੀਅਰਲੀ ਲਿਖਿਆ ਸਾਰੀਆਂ ਐਗਜ਼ਾਮਪਲਸ ਬਾਈਬਲ ਦੀਆਂ ਆਪਾਂ ਦੇਖ ਸਕਦੇ ਹੈਗੇ ਆ ਜਿਹੜੇ ਪਰਮੇਸ਼ਰ ਦੇ ਬੰਦੇ ਹੋਏ ਨੇ ਕਿੰਨੇ ਜ਼ਬਰਦਸਤ ਹਮਲੇ ਸ਼ੈਤਾਨ ਦੇ ਉਹਨਾਂ ਤੇ ਹੋਏ ਨੇ ਲੇਕਿਨ ਪਰਮੇਸ਼ਰ ਨੇ ਉਹਨਾਂ ਨੂੰ ਜਿੱਤ ਦਿੱਤੀ ਆ And we can see in the word of God, there's so many men of God in the Bible that they actually went through so much. The devil attacked them, tried to attack them because they were strong in the faith, but God at the end always gave them victory. ਪੰਜਵੇਂ ਨੰਬਰ ਤੇ ਜਿਹੜੀ ਚੀਜ਼ ਆਪਾਂ ਦੇਖਣ ਜਾ ਰਹੇ ਹਾਂ ਕਿ ਸ਼ੈਤਾਨ ਕਿਹੜਾ ਹਥਿਆਰ ਇਸਤੇਮਾਲ ਕਰਦਾ ਹੈ And number 5, we're going to see which is the most common weapon of the devil. ਸ਼ੈਤਾਨ ਝੂਠ ਨੂੰ ਇਸਤੇਮਾਲ ਕਰੇਗਾ ਤੁਹਾਨੂੰ ਸਿੱਟਣ ਦੇ ਵਾਸਤੇ ਤੇ ਸ਼ੈਤਾਨ ਕੰਡਮਨੇਸ਼ਨ ਨੂੰ ਇਸਤੇਮਾਲ ਕਰਦਾ ਹੈ ਤੁਹਾਨੂੰ ਸਿੱਟਣ ਦੇ ਵਾਸਤੇ Two things that the devil uses the most to destroy you, to make you fall down is lie, and number 2, condemnation. ਇਹ ਦੋ ਚੀਜ਼ਾਂ ਸ਼ੈਤਾਨ ਇਸਤੇਮਾਲ ਕਰਦਾ ਹੈ ਇਨਸਾਨ ਨੂੰ ਵਿਸ਼ਵਾਸੀ ਨੂੰ ਸਿੱਟਣ ਦੇ ਵਾਸਤੇ And these two things devil uses, this is their weapon, most of the time his weapon, to destroy or to bring down a believer.
ਰੋਮਨਸ ਪ੍ਰਕਾਸ਼ ਦੀ ਪੋਥੀ ਉਹਦਾ 12ਵਾਂ ਚੈਪਟਰ ਦੇਖਾਂਗੇ ਤੇ 10ਵਾਂ ਵਰਸ ਦੇਖਾਂਗੇ। And we're going to see Revelations 12:10. ਸ਼ੈਤਾਨ ਦੀ ਆਵਾਜ਼ ਆਣੀ ਸ਼ੁਰੂ ਹੋ ਜਾਏਗੀ, ਤੁਹਾਨੂੰ ਦੋਸ਼ੀ ਠਹਿਰਾਵੇਗਾ, ਕੰਡਮ ਕਰੇਗਾ, ਤੁਹਾਨੂੰ ਦੋਸ਼ੀ ਠਹਿਰਾਵੇਗਾ ਬਾਰ-ਬਾਰ। ਉਹਦੀ ਆਵਾਜ਼ ਨੂੰ ਸੁਣ ਕੇ ਬਹੁਤ ਸਾਰੇ ਇਨਸਾਨ ਜਿਹੜੇ ਨੇ ਕੰਬ ਜਾਂਦੇ ਨੇ, ਇਹ ਤੋਂ ਬਜਾਏ ਕਿ ਪਰਮੇਸ਼ਰ ਦੇ ਚਰਨਾਂ 'ਚ ਆ ਕੇ ਮਾਫੀ ਮੰਗ ਕੇ ਪ੍ਰਭੂ ਦੇ ਲਹੂ ਦੇ ਨਾਲ ਆਪਣੇ ਆਪ ਨੂੰ ਢੱਕ ਕੇ ਅੱਗੇ ਵਧ ਸਕੀਏ। And lot of time when people go through stuff, believers especially, at that time the devil comes and he speaks condemnation again and again and again, and the person, the believer, falls because he feels so bad and kind of walks back instead of coming into the feet of Lord Jesus and ask for forgiveness and continue his life, spiritual life. ਪ੍ਰਕਾਸ਼ ਦੀ ਪੋਥੀ 12 ਦਾ 10ਵਾਂ ਵਰਸ ਦੇਖਾਂਗੇ। We're going to read Revelations chapter 12 verse 10. ਹਾਂਜੀ। ਤਦ ਮੈਂ ਸਵਰਗ ਵਿੱਚੋਂ ਇੱਕ ਉੱਚੀ ਆਵਾਜ਼ ਇਹ ਕਹਿੰਦੀ ਹੋਈ ਸੁਣੀ, ਹੁਣ ਸਾਡੇ ਪਰਮੇਸ਼ਰ ਦੀ ਮੁਕਤੀ, ਬਲ ਅਤੇ ਰਾਜ ਅਤੇ ਉਸ ਦੇ ਮਸੀਹ ਦਾ ਅਧਿਕਾਰ ਆ ਪਹੁੰਚਿਆ ਹੈ, ਕਿਉਂਕਿ ਸਾਡੇ ਭਰਾਵਾਂ ਤੇ ਪਰਮੇਸ਼ਰ ਦੇ ਸਾਹਮਣੇ ਰਾਤ ਦਿਨ ਦੋਸ਼ ਲਾਉਣ ਵਾਲਾ ਹੇਠਾਂ ਸੁੱਟ ਦਿੱਤਾ ਗਿਆ ਹੈ। ਹਾਲੇਲੂਇਆ। Amen. ਦੋਸ਼ ਲਾਉਣ ਵਾਲਾ, ਸ਼ੈਤਾਨ ਦੋਸ਼ ਲਾਉਣ ਦੀ ਕੋਸ਼ਿਸ਼ ਕਰਦਾ ਆ, ਭਾਵੇਂ ਡਾਇਰੈਕਟਲੀ ਦੋਸ਼ ਲਾਵੇ ਤੁਹਾਡੇ ਖਿਲਾਫ ਜਾਂ ਇਨਡਾਇਰੈਕਟਲੀ ਦੋਸ਼ ਲਾਵੇ ਤੁਹਾਡੇ ਖਿਲਾਫ ਕਿਸੇ ਥਾਂ ਦੀ। And the devil always tries to accuse you. Lot of time he tries to accuse you directly. Lot of other times he accuses you through other people. ਡਿਸਰਨ ਕਰਨਾ ਹੈ ਉਹਨੂੰ। We have to ਉਹਦੇ ਤੇ- discern. ਉਹਦੇ ਉੱਤੇ ਉਹਨੂੰ ਰੈਕਟ ਨਹੀਂ ਕਰਨਾ, ਉਹਦੇ ਉੱਤੇ ਇੰਪਲਸ ਥੋੜੀ ਨਾ ਆਵੇ, ਐਕਸ਼ਨ ਨਾ ਹੋਵੇ ਉਹਦੇ ਤੇ, ਰੂਹਾਨੀ ਐਕਸ਼ਨ ਕਰਨਾ, ਉਹਨੂੰ ਬੰਨਣਾ ਤੇ ਤੋੜਨਾ ਯਿਸੂ ਨਾਮ 'ਚ। And we have to discern whenever devil comes and accuses us, and we need to bind it, cancel his plan. We're not gonna react on it and receive that accusation, but we're going to cancel it in the name of Jesus. ਕੋਈ ਆ ਗਿਆ, ਆ ਕੇ ਦੋਸ਼ ਲਾਉਣ ਲੱਗ ਗਿਆ ਤੁਹਾਡੇ ਉੱਤੇ, ਤੂੰ ਤਾਂ ਇਦਾਂ ਦੀ ਆ, ਤੂੰ ਤਾਂ ਇਦਾਂ ਦਾ ਆ, ਉਹਨੂੰ ਜਵਾਬ ਨਹੀਂ ਦੇਣਾ, ਬਲਕਿ ਸ਼ੈਤਾਨ ਨੂੰ ਤੁਸੀਂ ਬਾਈਂਡ ਕਰਨਾ ਆ ਤੇ ਉਹ ਐਕਿਊਜ਼ੇਸ਼ਨ ਨੂੰ, ਉਹ ਦੋਸ਼ ਨੂੰ ਤੁਹਾਡੇ ਦਿਲ ਤੇ ਕੰਮ ਨਹੀਂ ਕਰਨ ਦੇਣਾ। No matter whatever has gone through in your life and somebody comes and start blaming you or accusing you, you are like this, you are like that, you have done this, you have done that, at that time do not accept that, but cancel it in Jesus' name so that it will not affect in you on your life or on your spiritual life. John chapter 8 verse 44 'ਚ ਦੇਖਾਂਗੇ We're going to see in John 8:44. ਕਿ ਪ੍ਰਭੂ ਯਿਸੂ ਮਸੀਹ ਨੇ ਐਸਾ ਨਾਮ ਦਿੱਤਾ ਸੀਗਾ ਸ਼ੈਤਾਨ ਨੂੰ, ਜਿੱਥੋਂ ਆਪਾਂ ਨੂੰ ਪਤਾ ਚੱਲਦਾ ਹੈ ਕਿ ਸ਼ੈਤਾਨ ਪੂਰੀ ਕੋਸ਼ਿਸ਼ ਕਰਦਾ ਝੂਠ ਦੇ ਨਾਲ ਤੁਹਾਡੀਆਂ ਸੋਚਾਂ ਭਰ ਦਿੰਦਾ ਆ। And in John 8:44, we're going to see Lord Jesus gave the devil a name, that we can see that how the devil brings all those lies in you, so your thoughts are filled with his lies. ਉਹ ਝੂਠ ਤੇ ਕਈ ਵਾਰ ਲੋਕ ਸੋਚ ਕੇ ਆਪਣੇ ਬੱਚਿਆਂ ਦੇ ਖਿਲਾਫ ਹੋ ਜਾਂਦੇ ਨੇ, ਆਪਣੇ ਹਸਬੈਂਡ ਦੇ, ਆਪਣੇ ਵਾਈਫ ਦੇ ਖਿਲਾਫ ਹੋ ਜਾਂਦੇ ਨੇ, ਆਪਣੇ ਮਾਪਿਆਂ ਦੇ ਖਿਲਾਫ ਹੋ ਜਾਂਦੇ ਨੇ, ਆਪਣੇ ਬੌਸ ਦੇ ਖਿਲਾਫ ਹੋ ਜਾਂਦੇ ਨੇ, ਆਪਣੇ ਦੋਸਤ ਦੇ ਖਿਲਾਫ ਹੋ ਜਾਂਦੇ ਨੇ, ਆਪਣੇ ਹੋਰ ਜਿਹੜੇ ਨੇੜੇ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਖਿਲਾਫ ਹੋ ਜਾਂਦੇ ਨੇ। ਲੇਕਿਨ ਝੂਠ ਨੇ ਆਪਣਾ ਮਨ ਭਰ ਦਿੱਤਾ ਹੁੰਦਾ ਤਾਂ Sometimes when that devil brings that one lie into our mind and we keep on thinking about that lie, sometimes the lie is against your husband, lie against your wife, lie against your work, your job, your boss, or lies against the relatives or friends even. So the devil puts all those lies and our mind is so filled with those lies. ਆਓ ਪੜ੍ਹੀਏ। Let's read John 8:44. ਹਾਂਜੀ। ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਤਾ ਦੀਆਂ ਇੱਛਾਵਾਂ ਹੀ ਪੂਰੀਆਂ ਕਰਨੀਆਂ ਚਾਹੁੰਦੇ ਹੋ। ਉਹ ਆਦਿ ਤੋਂ ਹੀ ਕਾਤਲ ਹੈ, ਉਹ ਸੱਤ ਉੱਤੇ ਖੜਾ ਨਹੀਂ, ਕਿਉਂਕਿ ਸੱਤ ਉਸ ਵਿੱਚ ਹੈ ਨਹੀਂ ਹੈ। ਉਹ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠਿਆਂ ਦਾ ਪਤੰਦਰ ਹੈ। ਦੂਸਰੇ ਵਰਜ਼ਨ ਦੇ ਵਿੱਚ ਲਿਖਿਆ ਹੈ ਕਿ ਝੂਠੇ ਦਾ ਪਿਤਾ ਆ, ਪਿਓ ਆ ਝੂਠੇ ਦਾ। In English it says
In English, he says, he speaks his native language, for he is a liar and the father of lies. ਫਾਦਰ ਆਫ ਲਾਈਸ ਝੂਠ ਮੈਂ ਪੰਜਾਬੀ ਮੈਨੂੰ ਬੜੀ ਪਸੰਦ ਲੱਗੀ ਆ ਝੂਠਿਆਂ ਦਾ ਪਤੰਦਰ। ਜੇ ਬਾਈਬਲ ਵਿੱਚ ਪਤੰਦਰ ਵਰਡ ਲਿਖਿਆ ਹੋਇਆ ਤੇ ਆਪਾਂ ਸ਼ੈਤਾਨ ਨੂੰ ਝਿੜਕ ਸਕਦੇ ਹਾਂ, ਪਤੰਦਰਾ ਤੈਨੂੰ ਯਿਸੂ ਨਾਮ ਦੇ ਵਿੱਚ ਤੋੜਦੇ ਹਾਂ। If this particular word is written in the Bible, we can rebuke him and we can say, we cancel your lies in Jesus' name. ਪ੍ਰਭੂ ਦੇ ਬਨੋ 6ਵੇਂ ਨੰਬਰ ਤੇ And number 6, brothers and sisters, ਕਈ ਵਾਰ ਤੁਸੀਂ ਜਿਹੜੀ ਮੁਸ਼ਕਲ ਵਿੱਚੋਂ ਨਿਕਲ ਕੇ ਜਾ ਰਹੇ ਹੋ, ਜਿਹੜੀ ਸਰਕਮਸਟੈਂਸ ਵਿੱਚੋਂ ਨਿਕਲ ਕੇ ਜਾ ਰਹੇ ਹੋ, ਕਈ ਵਾਰ ਉਹ ਪ੍ਰਤਿਆਵਾ ਜਿਹੜਾ ਤੁਹਾਡੇ ਤੇ ਹੈ ਉਹ ਕੁਝ ਚਿਰ ਵਾਸਤੇ ਲੰਬਾ ਹੋ ਜਾਂਦਾ ਹੈ। and sometimes, brothers and sisters, the testing that you are going through, and sometimes it is longer than usual, so you feel like it's very long time of testing you're going through. ਤੇ ਤੁਹਾਨੂੰ ਇੰਜ ਲੱਗੇਗਾ ਉਸ ਸਮੇਂ ਕਿ ਪਰਮੇਸ਼ਰ ਤੁਹਾਡੇ ਨੇੜੇ ਤੇਰੇ ਹੈ ਨਹੀਂਗਾ। And at that time, you might feel that God is not anywhere near you. ਉਸ ਸਮੇਂ ਪਰਮੇਸ਼ਰ ਦੀ ਹਜ਼ੂਰੀ, ਪਰਮੇਸ਼ਰ ਦਾ ਵਿਸ਼ਵਾਸ, ਉਹਦਾ ਕਲਾਮ ਤੁਹਾਡੇ ਕੰਮ ਆਏਗਾ। And that's the time when God's presence, his faith, his word will come in handy. ਵਚਨ ਕਹਿੰਦਾ ਆ ਆਪਾਂ ਬਾਈ ਫੇਥ ਪ੍ਰਭੂ ਦੇ ਪਿੱਛੇ ਚੱਲਦੇ ਹਾਂ, ਨਾਟ ਬਾਈ ਸਾਈਟ, ਯਾਨੀ ਕਿ ਦੇਖ ਕੇ ਮਹਿਸੂਸ ਕਰਕੇ ਨਹੀਂ, ਇਮਾਨ ਦੇ ਨਾਲ ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ। And the word of God teaches us that by faith we follow him, not by sight. By faith we follow him. 7ਵੇਂ ਨੰਬਰ ਤੇ ਭਰਾਵੋ ਤੇ ਭੈਣੋ, Number 7, brothers and sisters, ਪਹਿਲਾ ਪਤਰਸ ਚੈਪਟਰ 5 ਵਰਸ 8 and 9 ਪੜਾਂਗੇ। and we're going to read 1 Peter chapter 5 verse 8 and 9। chapter 5, 8 and 9. ਭਰਾਵੋ ਤੇ ਭੈਣੋ, ਸੱਤਵਾਂ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਜਿਹੜੀਆਂ ਆਪਾਂ ਐਗਜ਼ਾਮਪਲਸ ਦੇਖੀਆਂ ਉਹਦੇ ਵਿੱਚੋਂ ਆਪਾਂ ਨੂੰ ਨਜ਼ਰ ਆਉਂਦਾ ਆ ਕਿ ਸ਼ੈਤਾਨ ਦਾ ਹਮਲਾ ਹੁੰਦਾ ਆ, ਤੁਸੀਂ ਇਕੱਲੇ ਨਹੀਂ ਗਏ, ਇਹ ਸਭ ਤੇ ਹੁੰਦਾ ਆ, ਸਾਰੇ ਸ਼ੈਤਾਨ ਦੇ ਹਮਲੇ ਦੇ ਵਿੱਚੋਂ ਨਿਕਲ ਕੇ ਜਾਂਦੇ ਨੇ, ਤੁਸੀਂ ਇਕੱਲੇ ਨਹੀਂ ਗਏ। And in this point, we're gonna see that you and me, we are not alone in this time of his attacking or this temptation. We are not alone. Everybody goes through it one way or the another. ਤਾਂ ਹੀ ਪਰਮੇਸ਼ਰ ਨੇ ਆਪਾਂ ਨੂੰ ਆਪਣਾ ਵਚਨ ਦਿੱਤਾ ਹੈ ਤੇ ਵਚਨ ਵਿੱਚ ਆਪਾਂ ਨੂੰ ਸਿਖਾਇਆ ਆ ਕਿ ਕਿਸ ਤਰ੍ਹਾਂ ਆਪਾਂ ਤਕੜੇ ਹੋਣਾ ਆ ਤੇ ਇਹਦਾ ਮੁਕਾਬਲਾ ਕਰਨਾ ਆ ਤੇ ਜਿੱਤ ਪ੍ਰਾਪਤ ਕਰਨੀ ਆ। And that's why God has given us this word, that how we are going to strengthen, how we're going to fight against it, and how we're going to stand up again. ਆਓ ਦੇਖੀਏ 1 Peter chapter 5 verse 8 and 9। And we're going to read again 1 Peter verse 5 and 8 and 9. ਹਾਂਜੀ। ਸਾਵਧਾਨ ਹੋ ਕੇ ਜਾਗਦੇ ਰਹੋ, ਕਿਉਂਕਿ ਤੁਹਾਡਾ ਵੈਰੀ ਅਰਥਾਤ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਇੱਧਰ ਉੱਧਰ ਲੱਭ ਰਿਹਾ ਹੈ ਕਿ ਉਹ ਕਿਸ ਨੂੰ ਪਾੜ ਖਾਵੇ। ਤੁਸੀਂ ਵਿਸ਼ਵਾਸ ਵਿੱਚ ਅਟੱਲ ਬਣੋ ਅਤੇ ਉਸ ਦਾ ਮੁਕਾਬਲਾ ਡਟ ਕੇ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਾਥੀ ਵਿਸ਼ਵਾਸੀ ਵੀ ਸੰਸਾਰ ਭਰ ਵਿੱਚ ਇਹੋ ਜਿਹੇ ਦੁੱਖ ਹੀ ਸਹਿ ਰਹੇ ਹਨ। ਦੇਖਿਆ ਤੁਸੀਂ? ਇਹੋ ਜਿਹੇ ਦੁੱਖ ਸਹਿ ਰਹੇ ਨੇ ਸਾਰੇ ਲੋਕ ਸੰਸਾਰ ਭਰ ਦੇ ਵਿੱਚ। And it says, because you know that the family of believers throughout the world is undergoing the same kind of sufferings. ਹੁਣ ਮੁਕਾਬਲਾ ਕਿੱਦਾਂ ਕਰਨਾ ਹੈ? And ਕਿੱਦਾਂ ਅਸੀਂ ਆਪਣੇ ਆਪ ਨੂੰ ਤਕੜਾ ਕਰਨਾ ਹੈ? How are we going to strengthen ourselves? ਮੈਂ ਤੁਹਾਡੇ ਨਾਲ ਕੁਝ ਪੁਆਇੰਟ ਸ਼ੇਅਰ ਕਰਾਂਗਾ ਆਪਣੇ ਆਪ ਨੂੰ ਤਕੜਾ ਕਰਨ ਵਾਸਤੇ, ਤਾਂ ਕਿ ਆਪਾਂ ਸ਼ੈਤਾਨ ਦਾ ਮੁਕਾਬਲਾ ਕਰ ਸਕੀਏ। And I'm going to share just few points with you to strengthen ourselves so we can stand firm against devil. ਪਹਿਲੇ ਨੰਬਰ ਤੇ Number 1, ਪਰਮੇਸ਼ਰ ਦਾ ਸ਼ਬਦ ਇਸਤੇਮਾਲ ਕਰਨਾ ਹੈ ਸ਼ੈਤਾਨ ਨੂੰ ਘੂਰਨ ਦੇ ਵਾਸਤੇ, ਉਹਨੂੰ ਰਿਬਿਊਕ ਕਰਨ ਵਾਸਤੇ। we have to use the word of God to rebuke the devil. ਲੇਕਿਨ ਪ੍ਰਭੂ ਜੀ ਬਣੋ, ਉਹ ਤਦ ਹੋਏਗਾ ਜਦੋਂ ਤੁਸੀਂ ਆਪਣੇ ਮਨ ਵਿੱਚ ਲਗਾਤਾਰ ਪਰਮੇਸ਼ਰ ਦਾ ਸ਼ਬਦ ਪਾ ਰਹੇ ਹੋ। And brothers and sisters, but that will be possible when continuously you are putting the word of God in your mind.
ਪਵਿੱਤਰ ਆਤਮਾ ਖੁਦ ਹੀ ਕੋਈ ਵਰਸ ਲੈ ਕੇ ਇੱਕਦਮ ਤੁਹਾਡੇ ਮਨ ਵਿੱਚ ਪਾ ਦੇਗਾ, ਤੁਸੀਂ ਉਹ ਵਰਸ ਨੂੰ ਇਸਤੇਮਾਲ ਕਰੋਗੇ ਸ਼ੈਤਾਨ ਨੂੰ ਝਿੜਕਣ ਵਾਸਤੇ। And when you are in a situation, right away the Holy Spirit will bring that word of God in your memory, and right away you will speak it and rebuke the devil. ਦੂਸਰੇ ਨੰਬਰ ਤੇ ਮੇਰਾ ਉੱਤੇ ਪੈਣਾ, Number 2, brothers and sisters, ਕੋਸ਼ਿਸ਼ ਕਰਨੀ ਆ ਕਿ ਤੁਸੀਂ ਆਪਣੇ ਆਪ ਵਾਸਤੇ ਸੌਰੀ ਫੀਲ ਨਾ ਕਰੋ। it's very important that we need to try our best to have self-pity. We are not to feel sorry about ourselves. ਜਦੋਂ ਅਯੂਬ ਦੇ ਪਰਿਵਾਰ ਤੇ ਹਮਲਾ ਹੋਇਆ ਸੀਗਾ, ਉਹਦੇ ਜਾਨਵਰਾਂ ਤੇ ਹਮਲਾ ਹੋਇਆ ਸੀਗਾ, ਸਭ ਕੁਝ ਲੁੱਟ ਗਿਆ ਸੀਗਾ ਉਹਦਾ, ਅਯੂਬ ਨੇ ਗੱਲ ਕਹੀ ਸੀ ਬੜੀ ਜ਼ਬਰਦਸਤ। And when Job was going through all these temptations, all these troubles, and everything was finished in his life, his animals, his family, but there was one thing that Job said. The Lord gave and the Lord has taken away. Blessed be the name of the Lord. ਇਹ ਅਯੂਬ ਨੇ ਕਿਹਾ ਸੀਗਾ। He said, ਪਰਮੇਸ਼ਵਰ ਨੇ ਦਿੱਤਾ ਆ, ਪਰਮੇਸ਼ਵਰ ਹੀ ਲੈ ਗਿਆ, ਪਰਮੇਸ਼ਵਰ ਦਾ ਨਾਮ ਉੱਚਾ ਮੰਨਿਆ ਜਾਵੇ। ਵਾਓ, Hallelujah. ਕਿਸ ਤਰ੍ਹਾਂ ਕਹਿ ਸਕਦਾ ਹੈ ਕੋਈ ਇਨਸਾਨ ਨੇ, ਸੋਚੋ ਤੁਸੀਂ ਜਿਹੜੇ ਬੱਚੇ ਵੀ ਚਲੇ ਗਏ ਸੀਗੇ, ਜਿਹੜੇ ਜਾਨਵਰ ਵੀ ਚਲੇ ਗਏ ਸੀ, ਸਾਰਾ ਕਮਾਇਆ ਹੋਇਆ ਪੈਸਾ ਜਿਹੜਾ ਸਭ ਕੁਝ ਲੈ ਗਿਆ ਸੀਗਾ, ਵਾਓ, ਪਰਮੇਸ਼ਰ ਨੇ ਦਿੱਤਾ, ਪਰਮੇਸ਼ਰ ਲੈ ਗਿਆ, ਧੰਨ ਉਹਦਾ ਨਾਮ, ਵਾਓ। Hallelujah. It's powerful word. He was in the bottom of everything. Everything was taken away from him, his family, his children, his job, every single thing. But he was so strong at the time. He said, God has given it. God has taken it back. Glorified be his name. Hallelujah. ਅਯੂਬ ਨੂੰ ਬਿਲਕੁਲ ਨਹੀਂ ਪਤਾ ਸੀਗਾ ਵੀ ਜੋ ਕੁਝ ਵੀ ਹੋਇਆ, ਜੋ ਕੁਝ ਵੀ ਕੀਤਾ, ਇਹ ਸ਼ੈਤਾਨ ਨੇ ਕੀਤਾ। Job didn't know at all that happened in his life, the devil actually started all that. ਲੇਕਿਨ ਫਿਰ ਵੀ ਉਹਨੇ ਪਰਮੇਸ਼ਰ ਤੇ ਭਰੋਸਾ ਕੀਤਾ। But after all that, he had his faith on Lord God. ਤੀਸਰੀ ਮੱਤ ਜਿਹੜੀ ਮੈਂ ਤੁਹਾਨੂੰ ਦੇਵਾਂਗਾ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਤੀਸਰੀ ਗੱਲ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹ ਇਹ ਆ ਪ੍ਰਭੂ ਤੇ ਪੈਣਾ, ਕੁਝ ਵੀ ਹੋ ਜੇ ਚਰਚ ਤੋਂ ਦੂਰ ਨਹੀਂ ਹੋਣਾ। And number 3 that I want to share with you, brothers and sisters, no matter what happens in your life, do not go away from the church. ਚਰਚ ਪਰਮੇਸ਼ਰ ਦਾ ਸ਼ਰੀਰ ਹੈ, ਪ੍ਰਭੂ ਯਿਸੂ ਮਸੀਹ ਜੀ ਦਾ। And church is the body of Christ. ਜਿਸ ਦੇ ਉੱਤੇ ਪ੍ਰਭੂ ਦੀ ਹਜ਼ੂਰੀ, ਪਰਮੇਸ਼ਰ ਦਾ ਮਸਾ, ਪਰਮੇਸ਼ਰ ਦੀ ਸ਼ਕਤੀ, ਪਰਮੇਸ਼ਰ ਦੀ ਪ੍ਰੋਟੈਕਸ਼ਨ ਬਣੀ ਹੋਈ ਹੈ। And the protection, the anointing, the power and blessings of Lord Jesus is upon his church. ਚਰਚ ਉੱਤੇ ਬਰਕਤਾਂ ਨੇ, ਚਰਚ ਉੱਤੇ ਆਸ਼ੀਰਵਾਦ ਆ, ਚਰਚ ਉੱਤੇ ਉਹਦੀ ਕਿਰਪਾ ਆ, ਉਹਦੀ ਦਇਆ, ਸਭ ਕੁਝ। Blessings, his grace, his mercy is upon the church of Christ. ਜਿਹੜਾ ਚਰਚ ਤੋਂ ਦੂਰ ਹੋ ਗਿਆ, The person who goes away from the church, ਸਮਝ ਲਓ ਸ਼ੈਤਾਨ ਦੇ ਹੱਥ ਵਿੱਚ ਆ ਗਿਆ। then when the person goes away from the church, then the plans of the devil can start working on that person. ਅਯੂਬ ਚੈਪਟਰ 4 ਤੋਂ ਲੈ ਕੇ ਅਯੂਬ 23 ਦੇ ਵਿੱਚ ਜੇ ਤੁਸੀਂ ਦੇਖੋ, ਸਾਰੇ ਚੈਪਟਰ ਪੜ੍ਹ ਲਓ ਤੁਸੀਂ, ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਅਯੂਬ ਕਿੰਨਾ ਜੁੜਿਆ ਹੋਇਆ ਸੀ ਪਰਮੇਸ਼ਰ ਦੇ ਵਚਨ ਦੇ ਨਾਲ, ਪਰਮੇਸ਼ਰ ਦੇ ਲੋਕਾਂ ਦੇ ਨਾਲ। And if you read Job from chapter 4 to chapter 23, all through that, you will see how Job was so attached to the word of God always. ਚੌਥੇ ਨੰਬਰ ਤੇ ਭਰਾਵਾਂ ਤੇ ਭੈਣਾਂ, And number 4, brothers and sisters, ਪ੍ਰਕਾਸ਼ ਦੀ ਪੋਥੀ ਆਪਾਂ ਪੜ੍ਹ ਕੇ ਗਏ ਹੈਗੇ ਆ, 12ਵੇਂ ਦਾ 10ਵਾਂ ਵਰਸ। we already read Revelation chapter 12 verse 10. ਪ੍ਰਭੂ ਤੇ ਭੈਣਾਂ, ਆਪਣੇ ਆਪ ਨੂੰ ਬਾਰ-ਬਾਰ ਇਹ ਕਹਿ ਕੇ ਡਾਊਨ ਕਰੀ ਜਾਣਾ ਕਿ ਮੈਂ ਤਾਂ ਕਿੰਨਾ ਟੈਰੀਬਲ ਮਸੀਹੀ ਆ। By saying to yourself, speaking negative to yourself by saying that I'm such a bad believer. ਇਹ ਨੈਗੇਟਿਵਿਟੀ ਤੁਹਾਡੇ ਮਨ ਵਿੱਚ, ਤੁਹਾਡੀ ਜ਼ੁਬਾਨ ਵਿੱਚ ਹੋਣੀ ਨਹੀਂ ਚਾਹੀਦੀ। You should not have this kind of negative talk you should not talk negative to yourself. This kind of thing you should not at all say to yourself. ਤੁਸੀਂ ਸੋਚੋ ਕਿ ਤੁਹਾਡੀ ਜ਼ਿੰਦਗੀ 'ਚ ਕੁਝ ਹੋ ਸਕਦਾ ਹੈ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ।
Just think about it. Do you think anything can take place in your life without God's permission? उसकी इजाजत के बिना तो परिंदा भी पर नहीं मार सकता भाई. Without His permission, not a bird can flew by you. देखो परमेश्वर ਦਾ ਵਚਨ ਕੀ ਕਹਿੰਦਾ ਆ ਪਹਿਲਾ ਯਹੋਨਾ ਚੈਪਟਰ 1 ਵਰਸ 9 ਦੇ ਵਿੱਚ. And we're going to see 1 John chapter 1 verse 9. We're going to see what the word of God says. ਬਾਰ-ਬਾਰ ਇਹ ਦੋਸ਼ ਸ਼ੈਤਾਨ ਲਾਉਣ ਦੀ ਕੋਸ਼ਿਸ਼ ਕਰਦਾ ਆ, ਤੁਹਾਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਦਾ ਵੇਲੇ ਤੁਸੀਂ ਉੱਥੇ ਵੀ ਗਲਤੀ ਕਰ ਗਏ, ਤੁਸੀਂ ਆ ਵੀ ਗਲਤ ਬੋਲ ਦਿੱਤਾ, ਤੁਸੀਂ ਆ ਵੀ ਗਲਤ ਕਰ ਲਿਆ, ਤੁਸੀਂ ਆ ਵੀ ਗਲਤ ਸੋਚ ਲਿਆ, ਤੁਸੀਂ ਆ ਵੀ ਗਲਤ ਸੁਣ ਲਿਆ, ਤੁਸੀਂ ਆ ਵੀ ਗਲਤ ਬੋਲਤਾ, ਤੁਸੀਂ ਆ ਵੀ ਗਲਤ ਦੇਖ ਲਿਆ. And again, the devil tries to remind you of your sins. Again and again, he tries to remind you, oh yeah, you spoke something bad, wrong there, you heard something wrong, you saw something wrong, you spoke something wrong. He tries to remind you all the wrong things. ਲੇਕਿਨ ਬਹੁਤ ਜ਼ਰੂਰੀ ਹੈ ਪ੍ਰਭੂ ਦੇ ਭੈਣੋ ਕਿ ਜਦੋਂ ਕੋਈ ਗਲਤੀ ਹੋਵੇ ਪਰਮੇਸ਼ਰ ਦੇ ਅੱਗੇ ਆ ਕੇ ਮਾਫੀ ਮੰਗੀਏ, ਤੌਬਾ ਕਰੀਏ ਤੇ ਪਰਮੇਸ਼ਰ ਤੋਂ ਕਿਰਪਾ ਤੇ ਦਇਆ ਮੰਗੀਏ. It's so important. If ever anything wrong happens, come to the Lord, ask for forgiveness, ask for His grace and mercy. ਪਹਿਲਾ ਯਹੋਨਾ ਉਹਦਾ ਪਹਿਲਾ ਅਧਿਆਇ ਉਹਦੀ 9ਵੀਂ ਆਇਤ ਦੇਖਾਂਗੇ. We're going to read 1 John chapter 1 verse 9. ਹਾਂਜੀ. ਪਰ ਹਾਂ, ਜੇਕਰ ਅਸੀਂ ਇਸ ਦੇ ਉਲਟ ਆਪਣੇ ਪਾਪਾਂ ਨੂੰ ਮੰਨਦੇ ਹਾਂ ਤਾਂ ਉਹ ਸਾਨੂੰ ਮਾਫ ਕਰੇਗਾ ਅਤੇ ਸਾਨੂੰ ਸਾਡੀ ਸਾਰੀ ਅਸ਼ੁੱਧਤਾਈ ਤੋਂ ਸ਼ੁੱਧ ਵੀ ਕਰੇਗਾ. ਉਹ ਇਸ ਸੰਬੰਧੀ ਪੂਰਨ ਭਰੋਸੇਯੋਗ ਅਤੇ ਨਿਆਂ ਕਰਨ ਵਾਲਾ ਹੈ. Hallelujah. Amen. Amen. ਉਹਦੇ ਚਰਨਾਂ ਚਾਹੀਏ, ਉਹ ਮਾਫੀ ਨਾਲ ਭਰਿਆ ਹੋਇਆ ਪਰਮੇਸ਼ਰ ਹੈ. And it says that if we confess our sins, He is faithful and just and will forgive us our sins and purify us from all unrighteousness. Hallelujah. ਪੰਜਵੇਂ ਨੰਬਰ ਤੇ ਭਰਾਵਾਂ ਤੇ ਭੈਣੋ, Number 5, brothers and sisters. ਜੋ ਕੁਝ ਵੀ ਤੁਹਾਡੇ ਦੋਸਤ ਤੁਹਾਨੂੰ ਕਹਿੰਦੇ ਨੇ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਕਹਿੰਦੇ ਨੇ, ਜੋ ਕੁਝ ਵੀ ਤੁਸੀਂ ਪੜ੍ਹਦੇ ਹੋ ਗੂਗਲ ਦੇ ਵਿੱਚ ਜਾਂ ਕਿਤਾਬਾਂ ਦੇ ਵਿੱਚ, ਇੱਧਰੋਂ ਕੋਈ ਚੀਜ਼ ਆ ਗਈ, ਉੱਧਰੋਂ ਕੋਈ ਚੀਜ਼ ਆ ਗਈ, ਹਰ ਚੀਜ਼ ਤੇ ਵਿਸ਼ਵਾਸ ਨਹੀਂ ਕਰ ਲੈਣਾ. And brothers and sisters, whatever your friends tell you, your relatives tell you, or you read it in Google or here and there, we're not to believe on everything we read or hear. ਪਰਮੇਸ਼ਰ ਦੇ ਸ਼ਬਦਾਂ ਤੇ ਹੀ ਮਨ ਲਾ ਕੇ ਰੱਖਣਾ ਤੇ ਵਿਸ਼ਵਾਸ ਕਰਨਾ ਹੈ. And we have to put our heart on the word of God itself and believe the word of God itself. ਫਲਾਨਾ ਕਹਿੰਦਾ ਤੁਸੀਂ ਮਾੜੇ ਹੋ, ਤੁਸੀਂ ਕਹੋ ਨਹੀਂ, ਮੇਰਾ ਪਰਮੇਸ਼ਰ ਕਹਿੰਦਾ ਹੈ ਕਿ ਮੈਂ ਚੰਗਾ ਹਾਂ. If somebody says, oh, you are a bad person, you say, no, my God tells me that I am a good person. ਕੀ ਚੀਜ਼ ਇੰਪੋਰਟੈਂਟ ਆ, ਕਿਹਦੀ ਗੱਲ ਇੰਪੋਰਟੈਂਟ ਆ, ਜੋ ਰੱਬ ਕਹਿੰਦਾ ਉਹ ਇੰਪੋਰਟੈਂਟ ਆ. Whose talk is more important to you, what the other person is saying or what God's telling you? 6ਵੇਂ ਨੰਬਰ ਤੇ ਭਰਾਵਾਂ ਤੇ ਭੈਣੋ, Number 6. ਅਬਰਾਨੀਆਂ ਦਾ ਚੌਥਾ ਚੈਪਟਰ ਦੇਖਾਂਗੇ, 15ਵਾਂ ਤੇ 16ਵਾਂ ਵਰਸ ਪੜਾਂਗੇ. And we're going to read Hebrews chapter 4 verse 15 and 16. 6ਵੇਂ ਨੰਬਰ ਤੇ ਭਰਾਵਾਂ ਤੇ ਭੈਣੋ, ਪਰਮੇਸ਼ਰ ਤੋਂ ਲੁਕ ਨਹੀਂ ਜਾਣਾ. Number 6, brothers and sisters, we're not to hide from God. ਪਰਮੇਸ਼ਰ ਤੋਂ ਭੱਜ ਨਹੀਂ ਜਾਣਾ. We're not to run away from Him. ਜਿਸ ਤਰ੍ਹਾਂ ਆਦਮ ਤੇ ਹਵਾ ਭੱਜ ਕੇ ਲੁਕ ਗਏ ਸੀ, ਯਾਦ ਆ? And just like Adam and Eve, they went and they hid from God. ਪਤਰਸ ਵੀ ਭੱਜ ਗਿਆ ਸੀਗਾ. Even Peter ran away. ਸਾਰੇ ਚੇਲੇ ਭੱਜ ਗਏ ਸੀਗੇ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਤੋਂ. And all the disciples ran away at the time of the crucifixion. ਸਿਰਫ ਯਹੋਨਾ ਉੱਤੇ ਖੜਾ ਸੀਗਾ. Only John was standing there. ਆਓ ਦੇਖੀਏ ਪਰਮੇਸ਼ਰ ਦਾ ਵਚਨ, ਇਬਰਾਨੀਆਂ ਦਾ ਚੌਥਾ ਚੈਪਟਰ 15-16. We're going to see in the book of Hebrews chapter 4 verse 15 and 16. ਹਾਂਜੀ. ਸਾਡਾ ਮਹਾਪੁਰੋਹਿਤ ਇਹੋ ਜਿਹਾ ਨਹੀਂ ਹੈ ਜੋ ਸਾਡੇ ਨਾਲ ਸਾਡੀਆਂ ਕਮਜ਼ੋਰੀਆਂ ਵਿੱਚ ਹਮਦਰਦੀ ਨਾ ਕਰ ਸਕੇ, ਕਿਉਂਕਿ ਉਹ ਆਪ ਵੀ ਸਾਡੇ ਵਾਂਗ ਹਰ ਗੱਲ ਵਿੱਚ ਪਰਖਿਆ ਗਿਆ, ਪਰ ਉਹ ਫਿਰ ਵੀ ਨਿਰਦੋਸ਼ ਰਿਹਾ. ਇਸ ਲਈ ਆਓ ਅਸੀਂ ਭਰੋਸੇ ਦੇ ਨਾਲ ਕਿਰਪਾ ਦੇ ਸਿੰਘਾਸਨ ਦੇ ਨੇੜੇ ਚੱਲੀਏ ਕਿ ਅਸੀਂ ਲੋੜ ਸਮੇਂ ਦਇਆ ਅਤੇ ਉਸ ਦੀ ਕਿਰਪਾ ਦੁਆਰਾ ਮਦਦ ਪ੍ਰਾਪਤ ਕਰੀਏ. Amen. Hallelujah. ਲੋੜ ਸਮੇਂ, At the time of need. ਯਾਨੀ ਇੱਕ ਸਮਾਂ ਆਵੇਗਾ ਕਿ ਤੁਹਾਨੂੰ ਲੋੜ ਹੋਵੇਗੀ ਪ੍ਰਭੂ ਤੇ ਭੈਣੋ ਇਸ ਸ਼ਬਦ ਦੀ.
And that means that there will be a time that you will need this word. ਤੁਸੀਂ ਪੂਰੇ ਮਨ ਨਾਲ ਪੂਰੇ ਦਿਲ ਨਾਲ ਤੇ ਪ੍ਰਭੂ ਦੇ ਵਿੱਚ ਭਰੋਸਾ ਰੱਖ ਕੇ ਪੂਰੇ ਭਰੋਸੇ ਨਾਲ ਪਰਮੇਸ਼ਰ ਦੇ ਹਜ਼ੂਰੀ 'ਚ ਆ ਸਕਦੇ ਹੋ, ਮਾਫੀ ਮੰਗ ਸਕਦੇ ਹੋ, ਭੁੱਲਾਂ ਬਖਸ਼ਾ ਸਕਦੇ ਹੋ ਤੇ ਉਹ ਤੁਹਾਨੂੰ ਬਖਸ਼ ਦੇਵੇਗਾ, ਬਰਕਤ ਦੇਵੇਗਾ ਤੇ ਅੱਗੇ ਵਧਾਵੇਗਾ। You can come to the Lord with all your heart, with all your mind, all your soul, and come and ask for forgiveness. He will forgive all your sins and He will cleanse you. He will fill you with peace again. ਹੁਣ 7ਵੇਂ ਨੰਬਰ ਤੇ ਦੇਖਾਂਗੇ Number 7, we're gonna see. ਆਪਣਾ ਮਨ ਆਪਣੀਆਂ ਸੋਚਾਂ ਲਗਾਤਾਰ ਰੀਨਿਊ ਕਰਦੇ ਰਹਿਣਾ ਹੈ। We have to renew our mind and our thoughts continuously. ਆਪਾਂ ਨੂੰ ਪਤਾ ਹੈ ਕਿ ਸ਼ੈਤਾਨ ਜਦੋਂ ਵੀ ਆਉਂਦਾ ਝੂਠ ਦੇ ਨਾਲ ਆਪਣੀਆਂ ਸੋਚਾਂ ਭਰਨਾ ਚਾਹੁੰਦਾ, ਤੁਸੀਂ ਸੱਚ ਦੇ ਨਾਲ ਉਸ ਝੂਠ ਨੂੰ ਡਿਫੈਂਡ ਕਰੋ। And we know that anytime devil comes, he brings lies into your mind. We have to stand against those lies with the truth of God, which is the word of God. ਸੱਚ ਦੇ ਨਾਲ ਝੂਠ ਦਾ ਮੁਕਾਬਲਾ ਕਰੋ। You have to defend our his lies with our truth. 8ਵੇਂ ਨੰਬਰ ਤੇ ਭਰਾਵੋ ਤੇ ਭੈਣੋ, Number 8, brothers and sisters. ਇਹ ਜ਼ਰੂਰੀ ਆ ਕਿ ਤੁਸੀਂ ਪਰਮੇਸ਼ਰ ਦੇ ਨਾਲ ਸਮਾਂ ਬਤੀਤ ਕਰ ਸਕੋ। It's very important that you can spend time with God. ਉਹਦੀ ਹਜ਼ੂਰੀ 'ਚ, ਉਹਦੇ ਸ਼ਬਦਾਂ 'ਚ। ਜਦੋਂ ਪ੍ਰਭੂ ਯਿਸੂ ਮਸੀਹ ਜੀ ਦੀ ਹਜ਼ੂਰੀ 'ਚ ਆਪਾਂ ਟਾਈਮ ਸਪੈਂਡ ਕਰਦੇ ਹਾਂ, ਉਹ ਹਜ਼ੂਰੀ ਸਾਡੀ ਮਦਦ ਕਰਦੀ ਹੈ ਤਾਂ ਕਿ ਆਪਾਂ ਸ਼ੈਤਾਨ ਦਾ ਮੁਕਾਬਲਾ ਕਰ ਸਕੀਏ। And we have to spend time with God in His presence, in the Word of God. When we spend time in His presence and with His Word, that helps us that we can stand firm and strong against devil's plans. 9ਵੇਂ ਨੰਬਰ ਤੇ ਭਰਾਵੋ ਤੇ ਭੈਣੋ, Number 9, ਜੇਮਸ ਚੈਪਟਰ 4 ਵਰਸ 7 ਦੇਖਾਂਗੇ। we're going to see James 4:7. 9ਵੇਂ ਨੰਬਰ ਤੇ ਭਰਾਵੋ ਤੇ ਭੈਣੋ ਮੁਕਾਬਲਾ ਕਰੋ ਸ਼ੈਤਾਨ ਦਾ। And number ਮੁਕਾਬਲਾ ਕਰੋ। 9 is that we have to fight against devil. ਆਮੇਨ। Amen. ਆਓ ਦੇਖੀਏ ਜੇਮਸ ਚੈਪਟਰ 4 ਵਰਸ 7। We're going to read James chapter 4 verse 7. ਹਾਂਜੀ। ਇਸ ਲਈ ਪਰਮੇਸ਼ਰ ਦੇ ਅਧੀਨ ਰਹੋ, ਸ਼ੈਤਾਨ ਦਾ ਟਾਕਰਾ ਕਰੋ, ਤਾਂ ਉਹ ਤੁਹਾਡੇ ਸਾਹਮਣੇ ਉਹ ਦੌੜ ਜਾਵੇਗਾ। Submit ਟਾਕਰਾ ਕਰੋ। yourself. ਪੰਜਾਬੀ ਬੜੀ ਜ਼ਬਰਦਸਤ ਭਾਸ਼ਾ ਆ। ਟੱਕਰ ਐਂ ਲੱਗਦਾ ਵੀ ਟੋਕਰਾ ਚੱਕ ਕੇ ਮਾਰਿਆ ਹੁੰਦਾ ਸ਼ੈਤਾਨ ਦੇ ਸਿਰ ਤੇ। ਟੱਕਰਾ ਕਰੋ ਸ਼ੈਤਾਨ ਦਾ। Resist the devil. It's a powerful way, the way it reads in Punjabi as well. ਪਤੰਦਰ ਦਾ ਟੱਕਰਾ ਕਰੋ। 2 ਵਾਰ ਸਿੱਖਿਆ ਪੰਜ। Resist the devil. ਲੇਕਿਨ ਉਹ ਕਿਹਦੇ ਨਾਲ ਟੱਕਰਾ ਕਰਨਾ ਭਰਾਵੋ ਤੇ ਭੈਣੋ? ਪਰਮੇਸ਼ਰ ਦੇ ਸ਼ਬਦਾਂ ਦੇ ਨਾਲ, ਉਹਦੇ ਵਚਨਾਂ ਦੇ ਨਾਲ ਜਿਹੜੇ ਤੁਹਾਡੇ ਵਿੱਚ ਹੈਗੇ ਨੇ। And how are we going to resist the devil? It will be with the word of God which is inside us already. ਜਦੋਂ ਝੂਠ ਆਉਂਦਾ ਹੈ ਸ਼ੈਤਾਨੀ, Whenever devil's lies come, ਉਹ ਤੁਹਾਨੂੰ ਡਿਸਕਰੇਜ ਕਰਦਾ ਹੈ। when the lie comes, it discourages you. ਇੱਕਦਮ ਤੁਸੀਂ ਢੇਰੀ ਢਾਹ ਦਿਓਗੇ। All of a sudden you will feel that, oh, you just feel bad or you just feel down. ਉਸ ਸਮੇਂ ਤੁਹਾਨੂੰ ਡਿਸਰਨ ਹੋਣਾ ਚਾਹੀਦਾ ਹੈ ਪ੍ਰਭੂ ਤੇ ਭੈਣੋ ਕਿ ਸ਼ੈਤਾਨੀ ਮੂਵ ਆਇਆ, ਸ਼ੈਤਾਨ ਦਾ ਹਮਲਾ ਆ, ਉਹਦਾ ਟੱਕਰਾ ਕਰੋ ਯਿਸੂ ਨਾਮ ਦੇ ਵਿੱਚ। And at that time when you feel down, right away you need to discern it that this is devil's plan. At that time you need to stand strong and you need to resist the devil in Jesus' name. ਕੋਈ ਪਰਿਵਾਰ ਦੇ ਵਿੱਚ ਢੇਰੀ ਢਾਈ ਬੈਠਾ ਆ, ਕੋਈ ਪਰਿਵਾਰ ਦੇ ਵਿੱਚ ਢਿੱਲਾ ਹੋਇਆ ਬੈਠਾ ਆ, ਤੁਸੀਂ ਉਹਨੂੰ ਸੱਦੋ ਮੂਹਰੇ ਤੇ ਉਹਦੇ ਕੰਨਾਂ ਤੇ ਹੱਥ ਰੱਖ ਕੇ 2-4 ਸ਼ੈਤਾਨ ਦੇ ਕੰਨ ਤੇ ਮਾਰੋ। ਯਿਸੂ ਨਾਮ ਦੇ ਵਿੱਚ ਉਹਦਾ ਟੱਕਰਾ ਕਰੋ ਤੇ ਉਹਨੂੰ ਡਿਸਟਰੋਏ ਕਰੋ। And at the time when you feel somebody in the family is feeling down, right away you need to resist the devil and you need to tell that person to stand up and you need to kind of slap the devil away so he leaves and you need to be strong. ਆਖਰ ਦੇ ਵਿੱਚ 10ਵਾਂ ਪੁਆਇੰਟ ਦੇਖਾਂਗੇ। We're going to see number 10 at the end. ਐਫਸੀਆਂ ਚੈਪਟਰ 6 ਵਰਸ 10 ਤੋਂ ਲੈ ਕੇ 20 ਦੇ ਵਿੱਚ ਜਿਹੜੇ ਟਿਪਸ ਦਿੱਤੇ ਹੋਏ ਨੇ ਉਹਨਾਂ ਤੇ ਗੌਰ ਕਰਨਾ। And we're going to see in the book of Ephesians chapter 6 from verse 10 to 20 there are a lot of tips written there. We're going to pay attention to that. ਚੜ੍ਹਦੇ ਨੇ ਪੜਾਂਗੇ ਇਹਨੂੰ।
We will read it quickly. Ephesians chapter 6, verse 10 to 20. ਦੇਖੋ ਟਿਪਸ ਜਿਹੜੇ ਦਿੱਤੇ ਨੇ ਪਰਮੇਸ਼ਰ ਦੇ ਵਚਨ ਦੇ ਵਿੱਚ ਵੀ ਸ਼ੈਤਾਨ ਦਾ ਮੁਕਾਬਲਾ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ। And let's pay attention to the tips that they are given there. What can we do? What can we do to resist the devil? Hanji. ਆਓ ਪੜ੍ਹੀਏ। ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਤੇ ਆਕਾਸ਼ੀ ਭੈੜੀਆਂ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਇਸ ਲਈ ਸਾਵਧਾਨ ਰਹੋ, ਸੱਤ ਦਾ ਕਮਰਬੰਦ ਅਤੇ ਧਾਰਮਿਕਤਾ ਦਾ ਸੰਜੋਆ ਪਹਿਨ ਲਵੋ, ਪੈਰੀ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਦੁਆਰਾ ਤੁਸੀਂ ਸ਼ੈਤਾਨ ਦੇ ਅਗਨ ਬਾਣਾਂ ਨੂੰ ਬੁਝਾ ਸਕੋਗੇ। ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਹ ਟੋਪ ਅਤੇ ਆਤਮਾ ਨੂੰ ਤਲਵਾਰ ਦੇ ਰੂਪ ਵਿੱਚ ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ ਲੈ ਲਵੋ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੋਂ ਮਦਦ ਮੰਗਦੇ ਰਹੋ। ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਰ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਤ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। Hallelujah. 10 ਸਟੈਪਸ ਨਜ਼ਰ ਆਏ ਨੇ ਇਹਦੇ ਵਿੱਚ। We saw 10 steps in there. ਟਿਪਸ 10 ਸਟੈਪਸ Sorry, 10 tips we saw in there. ਕਿ ਪਰਮੇਸ਼ਰ ਇਹਨਾਂ 10 ਕੁੰਜੀਆਂ ਨੂੰ 10 ਬਰਕਤਾਂ ਨੂੰ ਤੁਹਾਡੇ ਉੱਤੇ ਜ਼ਾਹਿਰ ਕਰੇ। This is my prayer that may God reveal those 10 tips, 10 keys on you. ਚੱਕੋ ਹੱਥ ਆਪਣੇ। Let's lift up our hands. ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੈਂ ਸ਼ੈਤਾਨ ਦੇ ਸਾਰੇ ਹਮਲੇ ਹਰ ਉਸ ਭੈਣ ਭਰਾ ਦੇ ਉੱਤੇ ਤੋੜਦਾ ਆ ਜਿਹੜੇ ਇਸ ਵਚਨ ਨੂੰ ਦੇਖ ਰਿਹਾ ਹੈ ਜਾਂ ਸੁਣ ਰਿਹਾ ਆ ਯਿਸੂ ਨਾਮ ਦੇ ਵਿੱਚ। And I rebuke the plans of devil and break every plan of the devil from all those brothers and sisters that they are reading or listening this word right now. ਸ਼ੈਤਾਨ ਦੀਆਂ ਸਾਰੀਆਂ ਪਲਾਨਾਂ ਰੱਦ ਹੋ ਜਾਣ, ਰੱਦ ਸੱਦ ਕਰਦਾ ਹੈ ਯਿਸੂ ਨਾਮ 'ਚ। In the name of Jesus, I cancel every plan of the devil. ਪ੍ਰਭੂ ਜੀ ਮੇਰੀ ਪ੍ਰੇਅਰ ਹੈਗੀ ਕਿ ਤੁਹਾਡੀ ਹਜ਼ੂਰੀ, ਤੁਹਾਡੀ ਸ਼ਕਤੀ ਤੇ ਤੁਹਾਡਾ ਵਚਨ ਹਰ ਭੈਣ ਭਰਾ ਦੇ ਮਨ ਵਿੱਚ, ਉਹਨਾਂ ਦੇ ਦਿਲ ਵਿੱਚ ਘਰ ਕਰ ਲਵੇ। And Lord, this is my prayer that your presence, your word, and his powerful presence be in every brothers and sisters' heart right now. ਪਵਿੱਤਰ ਆਤਮਾ ਦੀ ਗਾਈਡੈਂਸ ਹਰ ਇੱਕ ਉੱਤੇ ਹੋਵੇ ਕਦਮ ਕਦਮ ਤੇ। The guidance of the Holy Spirit be with every single person. Step by step, the Holy Spirit will be guiding us. ਯਿਸੂ ਨਾਮ ਦੇ ਵਿੱਚ। In the name of Jesus. Amen. 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 Hallelujah. God bless you. ਜੈ ਮਸੀਹ ਸਾਰਿਆਂ ਨੂੰ। God bless you all the brothers and sisters. Amen.